लॉटरी पाउण वाला, लॉटरी कड्ढण वाला, लॉटरी वेचण वाला अरेस्ट हो सकते। बड़े इन्फ्लुएंसर कई तो जाके कह रहे ने, कहते पा दो जी ਤੁਹਾਨੂੰ थार निकले, ਤੁਹਾਨੂੰ बुलट निकलिया होगा, ਤੁਹਾਨੂੰ ट्रैक्टर निकलिया होगा। लॉ 'ਚ लिखिਆ ਇਹਨਾਂ ਨੂੰ ਗੈਂਬਲਿੰਗ ਔਰ ਐਂਟਰਟੇਨਮੈਂਟ ਰਾਦਰ ਦੈਨ ਏ ਮੀਨਸ ਆਫ ਸੇਵਿੰਗ ਔਰ ਫੰਡ ਰੇਜ਼ਿੰਗ, ਇਹਨੂੰ ਨਹੀਂ, ਇਹਨੂੰ ਗੈਂਬਲਿੰਗ ਮੰਨਿਆ ਜਾਂਦਾ, ਜੂਆ। ਪਰ ਮੈਂ ਉਹ ਦੇਖ ਕੇ ਹੈਰਾਨ ਆ ਵੀ ਸਾਡੀ ਐਡਮਿਨਿਸਟ੍ਰੇਸ਼ਨ ਕਿੱਥੇ ਸੁੱਤੀ ਕਰਦਾ। ਇਹ ਰਜਿਸਟ੍ਰੇਸ਼ਨ ਵੀ ਕਹਿੰਦੇ ਨੇ ਸਾਡੀ ਤਾਂ ਰਜਿਸਟਰਡ ਹੈ ਜੀ, ਰਜਿਸਟਰਡ ਕਾਦੇ ਚ ਹੈ ਪਤਾ ਨਹੀਂ, ਰੱਬ ਜਾਣਦਾ। ਚਿੱਟੇ ਦੀ ਪੁੜੀ 1000 ਦੀ ਹੁੰਦੀ, 2 ਦੀ ਵਿਕਦੀ ਲੈਦਾ ਵੇਚਣੀ ਆਹ ਤੇ ਫਿਰ ਜੇ ਤੁਸੀਂ ਇਲੀਗਲ ਕੰਮ ਕਰਨਾ ਫਿਰ ਉਹ ਕਰ ਲਓ। ਲਾਟਰੀ ਪਾਉਣ ਵਾਲੇ ਨੂੰ, ਲਾਟਰੀ ਲਈ ਪ੍ਰਮੋਟ ਕਰਨ ਵਾਲੇ ਨੂੰ ਤੇ ਲਾਟਰੀ ਪਾਉਣ ਵਾਲੇ ਨੂੰ ਸਜ਼ਾ ਹੋ ਸਕਦੀ ਹੈ, ਕਨਫਰਮ ਹੈ। ਕਸੂਰਵਾਰ ਨੇ, ਖਰੀਦਣ ਵਾਲੇ ਵੀ ਕਸੂਰਵਾਰ ਨੇ, ਪਾਰਟਿਸਿਪੇਟ ਕਰਨ ਵਾਲੇ ਵੀ ਕਸੂਰਵਾਰ ਨੇ। ਪਰਚਾ ਤੇ ਜੇ ਹੋਏਗਾ, ਜੇ ਸਰਕਾਰ ਜਾਗ ਗਈ ਤੇ ਸਾਰਿਆਂ ਤੇ ਕਰੂ, ਛੱਡਦੀ ਨਹੀਂ। ਇਹਦਾ ਮੈਂ ਸ਼ਰੇਆਮ ਕਹਿੰਦਾ ਵੀ ਇਹ ਇਲੀਗਲ ਹੈ, ਇਹ ਚੀਜ਼ ਕਦੀ ਵੀ ਲੀਗਲ ਨਹੀਂ। ਉਹ 20 ਲੱਖ ਰੁਪਏ ਦੇ ਫਿਕਰ ਬਣ ਲੈਂਦੇ ਕਿ ਅਸੀਂ 20 ਲੱਖ ਦੇ ਇਨਾਮ ਵੇਚਣੇ, ਫਿਰ ਉਸ ਤੋਂ ਬਾਅਦ ਉਹਦੇ ਬਦਲੇ ਇਹਨਾਂ ਨੇ 6 ਗੁਣਾ ਪੈਸਾ ਇਕੱਠਾ ਕਰਨਾ ਹੁੰਦਾ। ਦੇਖਦੇ ਸੀਗੇ ਵੀ ਵੀਡੀਓ ਚੱਲ ਰਿਹਾ, ਬੜਾ ਸੋਹਣਾ ਲੱਗਦਾ, ਥਾਰ ਨਿਕਲ ਗਈ ਹੋਏ, ਮਰੂਤੀ ਨਿਕਲ ਗਈ ਹੋਏ, ਇਹ ਨਿਕਲ ਭਾਰੀ ਟਿਕਟਾਂ ਪਰ ਨਹੀਂ ਹੋਇਆ। ਸਾਡਾ ਬੰਦਾ ਨਹੀਂ ਹਟ ਰਿਹਾ ਸੀਗਾ, ਇਹਨੂੰ ਮੈਂ ਸਮਝਾਇਆ, ਮੈਂ ਕਿਹਾ ਪਹਿਲਾਂ ਆਪਾਂ ਪੁੱਛ ਲਈਏ। ਉਹ ਕਹਿੰਦਾ 100 ਪਾ ਦੇਣੇ ਭਾਜੀ, ਕੀ ਫਰਕ ਪੈਂਦਾ, 200 ਪਾ ਦੇਣੇ ਕੀ ਫਰਕ ਪੈਂਦਾ, ਕਿ ਤਾਂ ਥਾਰ ਹੀ ਨਿਕਲਿਆ ਹੋਵੇ। ਪੂਰੀ 7 ਸੱਦਦੇ ਅਸੀਂ ਕੋਈ ਪਿੰਡ ਦੇ ਵਿੱਚ ਪੂਰਾ ਇਕੱਠ ਕਰ ਲਾਂਗੇ। ਮੈਂ 2-4 ਕਰੋੜ ਦੀ ਠੱਗੀ ਮਾਰਨੀ ਹੈ ਤੇ ਮੈਂ 500 ਰੁਪਏ ਤੇ 60 ਦੇ ਬੰਦੇ ਕਿੰਨੇ ਕੋ ਇਕੱਠੇ ਕਰ ਦਿੰਦਾ? ਕਿਆ ਗਾਰੰਟੀ ਆ ਉਸੇ ਪਿੰਡ ਦੇ ਬੰਦੇ ਨੇ? ਜੇ ਮੈਂ ਕਹਿੰਦਾ ਉਸੇ ਪਿੰਡ ਦੇ ਵੀ ਬੰਦੇ ਆ, ਉਹ ਵੀ ਇਸ ਇਲੀਗਲ ਕੰਮ 'ਚ ਇਨਵੋਲਵ ਹੈ, ਇਹਦਾ ਮਤਲਬ। ਪਰ ਆਖਰ ਇਹ ਝੋਲ ਹੈਗਾ ਕੀ ਆ? ਇਹ 'ਚ ਪਹਿਲੀ ਗੱਲ ਤਾਂ ਇਹੀ ਵੀ ਜਿਹੜੀ ਗਵਰਨਮੈਂਟ ਤੋਂ ਅਪਰੂਵਡ ਚੀਜ਼ ਨਹੀਂ, ਪੈਸਾ ਕਿਸੇ 'ਚ ਨਾ ਲਾਓ, ਕੱਲ੍ਹ ਨੂੰ ਕੋਈ ਕਦੇ ਲੈ ਕੇ ਭੱਜ ਗਿਆ। ਇਹ ਨਾ ਸੋਚੋ ਕਿ ਸਿਰਫ 100 ਰੁਪਿਆ ਹੈ, ਉਹ ਕਿੰਨੇ ਹੀ ਲੋਕ 100 ਰੁਪਿਆ ਦੇ ਰਹੇ ਨੇ ਤੇ ਕਿੰਨੇ ਹੀ ਅੱਗੇ ਲੱਖਾਂ ਰੁਪਿਆ ਬਣ ਰਿਹਾ। ਜਾਂ ਸਤਿ ਸ਼੍ਰੀ ਅਕਾਲ ਜੀ। ਸੋਸ਼ਲ ਮੀਡੀਆ ਦੇ ਉੱਤੇ ਤੁਸੀਂ ਇਹਨਾਂ ਦਿਨਾਂ ਦੇ ਦੌਰਾਨ ਬਹੁਤ ਸਾਰੇ ਵੀਡੀਓ ਇਹੋ ਜਿਹੇ ਦੇਖਦੇ ਹੋਵੋਗੇ, ਸਾਡੇ ਵੀ ਤਾਂ ਹੀ ਧਿਆਨ 'ਚ ਆਇਆ ਤੇ ਕਈ ਦਰਸ਼ਕਾਂ ਨੇ ਆਖਰ ਫੋਟੋਆਂ ਭੇਜੀਆਂ ਕਿ ਬਹੁਤ ਸਾਰੇ ਲੋਕ ਤੁਸੀਂ ਦੇਖਿਆ ਹੋਣਾ ਕਿ ਅਸੀਂ ਆਈਫੋਨ ਕੱਢ ਰਹੇ ਹਾਂ ਜੀ, ਅਸੀਂ ਬੁਲਟ ਮੋਟਰਸਾਈਕਲ ਦੇ ਦਾਂਗੇ, ਥਾਰਾਂ ਦਾ ਬੜਾ ਚੱਲਣ ਹੈ ਕਿ ਥਾਰਾਂ ਦੇ ਰਹੇ ਹਾਂ, ਟਰੈਕਟਰ ਦੀ ਗੱਲ ਹੋਵੇ, ਯਾਨੀ ਕਿ ਤੁਸੀਂ ਸਾਨੂੰ 100 ਰੁਪਏ ਦੀ ਲਾਟਰੀ ਵਾਲੀ ਕੰਮ ਹੈ, 100 ਰੁਪਿਆ ਭੇਜੋ, ਗੂਗਲ ਪੇ ਕਰੋ ਸਾਨੂੰ, ਤੁਸੀਂ ਇੱਕ ਸਕਰੀਨਸ਼ਾਟ ਭੇਜੋ, WhatsApp ਦੇ ਉੱਤੇ ਭੇਜ ਦਿਓ ਤੇ ਅਸੀਂ ਤੁਹਾਡੀ ਪਰਚੀ ਪਾ ਦਾਂਗੇ। ਆਮ ਤੌਰ ਤੇ ਦੇਖੀਏ ਤਾਂ ਫੇਸਬੁੱਕ, ਇੰਸਟਾਗ੍ਰਾਮ ਭਰੀਆਂ ਪਈਆਂ ਨੇ ਇਹੋ ਜਿਹੀਆਂ ਐਡਾਂ ਦੇ ਨਾਲ, ਪਰ ਉਹ ਆਖਰ ਕਿੱਥੇ ਤੱਕ ਜਾਇਜ਼ ਤੇ ਕਿੰਨਾ ਕੁ ਕੰਮ ਇਹ ਸਹੀ ਆ? ਪਿੰਡ ਜੇ ਕਹੀਏ ਇਹ ਕੰਮ ਚੱਲਿਆ ਹੋਇਆ, ਜਿਹਦੇ ਵਿੱਚ ਤੁਸੀਂ ਦੇਖੋਗੇ ਕਿ ਲੋਕ ਵੀ ਚਾਈ ਅਗਲੇ ਨੂੰ ਹੁੰਦਾ 100 ਰੁਪਿਆ ਯਾਰ ਪਾ ਦਿਓ, ਕੀ ਪਤਾ ਥਾਰੀ ਨਿਕਲਿਆ ਹੋਵੇ ਜਾਂ ਮੋਟਰਸਾਈਕਲ ਨਿਕਲਿਆ ਹੋਵੇ, ਬੁਲਟ ਨਿਕਲਿਆ ਹੋਵੇ ਜਾਂ ਸਾਨੂੰ ਆਈਫੋਨ ਹੀ ਨਿਕਲਿਆ ਹੋਵੇ। ਤਾਂ ਅਜਿਹੀਆਂ ਕਈ ਇਨਾਮ ਨੇ ਜਿਹੜੇ ਰੱਖੇ ਹੋਏ ਨੇ ਤੇ ਉਹਨਾਂ ਦਾ ਬੜਾ ਇੱਕ ਸਿਸਟਮ ਦਿਖਾਇਆ ਜਾਂਦਾ ਵੀ ਜੀ ਸੱਥ ਦੇ ਵਿੱਚ ਹੁੰਦਾ, ਉਹ ਜਿੰਦਾ ਪਿੰਡ ਵਾਲੇ ਲਾਉਂਦੇ ਨੇ, ਪਰਚੀ ਵੀ ਪਿੰਡ ਵਾਲੇ ਕੱਢਦੇ ਨੇ। ਪਰ ਆਖਰ ਇਹ ਝੋਲ ਹੈਗਾ ਕੀ ਆ? ਇਹ 'ਚ ਪਹਿਲੀ ਗੱਲ ਤਾਂ ਇਹੀ ਵੀ ਜਿਹੜੀ ਗਵਰਨਮੈਂਟ ਤੋਂ ਅਪਰੂਵਡ ਚੀਜ਼ ਨਹੀਂ, ਪੈਸਾ ਕਿਸੇ 'ਚ ਨਾ ਲਾਓ, ਕੱਲ੍ਹ ਨੂੰ ਕੋਈ ਕਦੇ ਲੈ ਕੇ ਭੱਜ ਗਿਆ। ਇਹ ਨਾ ਸੋਚੋ ਕਿ ਸਿਰਫ 100 ਰੁਪਿਆ ਹੈ, ਉਹ ਕਿੰਨੇ ਹੀ ਲੋਕ 100 ਰੁਪਿਆ ਦੇ ਰਹੇ ਨੇ ਤੇ ਕਿੰਨੇ ਹੀ ਅੱਗੇ ਲੱਖਾਂ ਰੁਪਿਆ ਬਣ ਰਿਹਾ ਜਾਂ ਕਰੋੜਾਂ ਰੁਪਿਆ। ਉਹ ਅੱਜ ਸਮਝਣ ਦੀ ਕੋਸ਼ਿਸ਼ ਕਰਾਂਗੇ। ਸਾਡੇ ਨਾਲ ਐਡਵੋਕੇਟ ਸੁਨੀਲ ਮਲਨ ਹੈਗੇ ਨੇ ਕਿ ਆਖਰ ਇਹ ਪੂਰਾ ਝੋਲ ਹੈ ਕੀ ਆ। ਮਲਨ ਸਾਹਿਬ, ਜੇ ਦੇਖਿਆ ਜਾਵੇ ਇਹ ਤਾਂ ਬੜੀ ਖੁਸ਼ੀ ਹੁੰਦੀ ਹੈ, ਜਿਵੇਂ ਹੁਣ 100 ਰੁਪਏ ਦੀ ਕਿਸੇ ਨੇ ਕਹਿਤਾ ਵੀ 100 ਰੁਪਏ ਦਾ ਪਾ ਦਿਓ ਜੀ, ਮੈਂ ਵੀ 100 ਰੁਪਿਆ ਪਾ ਦੂੰਗਾ ਵੀ ਯਾਰ ਜੇ ਨਾ ਆਇਆ ਤਾਂ ਨਾ ਸਹੀ, ਐਂ ਬਹੁਤ ਲੋਕ ਕਰਦੇ ਨੇਗੇ। ਤੇ ਇਹ ਪਿੰਡਾਂ ਦੇ ਵਿੱਚ ਜੀ ਜਿੰਦਾ ਲੱਗੂਗਾ, ਲੋਕ ਜਿੰਦਾ ਲਾਉਣਗੇ, ਸੱਥ ਦੇ ਵਿੱਚ ਪੂਰੀ 'ਚ ਕੱਢਾਂਗੇ ਅਸੀਂ ਇਨਾਮ। ਪਹਿਲੀ ਗੱਲ ਇਹ ਲੀਗਲ ਹੈ, ਇਲੀਗਲ ਹਜੇ ਤੱਕ ਇਹੀ ਸਮਝ ਨਹੀਂ ਲੱਗੀ, ਦੱਬ ਕੇ ਪ੍ਰਚਾਰ ਜ਼ਰੂਰ ਹੋ ਰਿਹਾ ਇਸ ਚੀਜ਼ ਦਾ। ਮੈਂ ਸ਼ਰੇਆਮ ਕਹਿੰਦਾ ਵੀ ਇਹ ਇਲੀਗਲ ਹੈ, ਇਹ ਚੀਜ਼ ਕਦੀ ਵੀ ਲੀਗਲ ਨਹੀਂ। ਪਹਿਲਾਂ ਲੋਟਰੀ ਦਾ ਮਤਲਬ ਸਮਝੀਏ ਤੇ ਪ੍ਰੋਸੀਜਰ ਸਮਝੀਏ। ਜਿਹੜੀ ਲੋਟਰੀ ਦੀ ਡੈਫੀਨੇਸ਼ਨ ਹੈ ਕਾਨੂੰਨ 'ਚ, ਕਹਿੰਦਾ ਹੈ ਲੋਟਰੀ ਔਨ ਦੀ ਅਦਰ ਹੈਂਡ, ਦੂਜੇ ਪੱਖੋਂ ਸੋਚਿਆ ਜਾਵੇ, ਇਜ਼ ਏ ਗੇਮ ਆਫ ਚਾਂਸ। ਕਿਸਮਤ ਹੈ, ਤੁਹਾਡੀ ਵੀ ਨਿਕਲ ਸਕਦੀ ਹੈ। ਜੇ ਉੱਥੇ 10,000 ਪਰਚੀ ਪਈ ਹੈ, ਉਹਦੇ 'ਚੋਂ ਤੁਹਾਡਾ ਚਾਂਸ ਕਿੰਨਾ ਹੈ? 10,000 ਦੇ ਬਦਲੇ 1। ਇਹ 'ਚੋਂ ਸੋਚ ਕੇ ਵੇਖੋ। ਇਜ਼ ਏ ਗੇਮ ਆਫ ਚਾਂਸ ਵੇਅਰ ਪਾਰਟਿਸਪੈਂਟਸ ਪਰਚੇਜ਼ ਟਿਕਟ ਲੈਂਦੇ ਆ ਜਾਂ ਮੈਂਬਰਸ਼ਿਪ ਲੈਂਦੇ, ਉਹਨੂੰ ਜਿਹੜਾ ਮਰਜ਼ੀ ਨਾਂ ਦੇ ਦਿਓ, ਲੈਂਦੇ ਨੇ। ਔਰ ਨੰਬਰ ਆਫ ਚਾਂਸਿਸ, ਮੇਰੇ ਵਰਗਾ ਬੰਦਾ ਕਹਿੰਦਾ ਮੈਨੂੰ 10 ਟਿਕਟਾਂ ਦੇ ਦੇ, ਸੋ ਮੇਰੇ 10,000 ਚੋਂ 10 ਚਾਂਸ ਬਣ ਗਏ। ਪ੍ਰੋਬੇਬਿਲਿਟੀ ਦੀ ਮੈਂ ਗੱਲ ਕਰ ਰਿਹਾ, ਮੈਥਮੈਟਿਕਸ ਦਾ ਸਵਾਲ ਹੈ। ਵਿਨ ਏ ਪ੍ਰਾਈਜ਼ typically involves a large number of participants who buy tickets independently without any direct interaction or association with other। ਮੇਰੀ ਤੁਹਾਡੇ ਨਾਲ ਕੋਈ ਡਾਇਰੈਕਟ ਇੰਟਰੈਕਸ਼ਨ ਜਾਂ ਐਸੋਸੀਏਸ਼ਨ ਨਹੀਂ ਹੈ। ਮੈਂ ਤੁਹਾਡੇ ਕੋਲੋਂ ਅਣਜਾਣ ਆਦਮੀ ਹਾਂ, ਮੈਂ ਟਿਕਟਾਂ ਲੈ ਲੈਣਾ, 1 ਲੈ ਲਾਂ, 10 ਲੈ ਲਾਂ, 100 ਲੈ ਲਾਂ, 1000 ਲੈ ਲਾਂ, ਜਿੰਨੀ ਮੇਰੀ ਬਾਇੰਗ ਕਪੈਸਿਟੀ ਹੈ। ਔਰ ਉਸ ਲਾਲਚ ਵਿੱਚ ਟਿਕਟਾਂ ਲੈਣ ਤੋਂ ਬਾਅਦ ਕਿਆ ਸ਼ਿਓਰਿਟੀ ਹੈ, ਇਹਦੇ 'ਚ ਕਿੰਨੇ ਕੁ ਝੋਲ ਚੱਲਦੇ ਨੇ, ਆਪਾਂ ਝੋਲ 'ਤੇ ਡਿਸਕਸ ਵੀ ਕਰਾਂਗੇ। ਬਟ ਇਹ ਮੈਂ ਕਲੀਅਰ ਕਹਿ ਦਿੰਦਾ, ਟੋਟਲੀ ਇਲੀਗਲ ਹੈ, ਗੈਰ ਕਾਨੂੰਨੀ ਹੈ। ਲੋਟਰੀ ਪਾਉਣ ਵਾਲਾ, ਲੋਟਰੀ ਕੱਢਣ ਵਾਲਾ, ਲੋਟਰੀ ਵੇਚਣ ਵਾਲਾ
ਅਰੈਸਟ ਹੋ ਸਕਦੇ ਨੇ। ਯਾਨੀ ਕਿ ਪਾਉਣ ਵਾਲੇ ਲੋਕ ਵੀ ਹੁਣ ਧਿਆਨ ਕਰ ਲੈਣ, ਉਹ ਪਾਈ ਨਾ ਜਾਣ, ਉਹੀ 100 ਰੁਪਿਆ ਕਿਤੇ ਸੈਂਡ ਨਾ ਕਰੀ ਜਾਣ ਇਹਨਾਂ ਨੂੰ ਆਨਲਾਈਨ। ਕਿਸੇ ਗੈਰ ਕਾਨੂੰਨੀ ਕੰਮ ਨੂੰ ਕਿਸੇ ਵੀ ਤਰੀਕੇ ਨਾਲ ਵਧਾਵਾ ਦੇਣਾ, ਚਾਹੇ ਆਪਣੇ ਲਾਲਚ ਲਈ ਦੇਣਾ, ਹੈ ਤਾਂ ਗੈਰ ਕਾਨੂੰਨੀ। ਮੈਂ ਚੋਰੀ ਕੀਤੀ, ਆਹ ਵਾਲਾ ਫੋਨ ਚੁੱਕ ਕੇ ਚੋਰੀ ਕਰਕੇ ਲਿਆਇਆ, ਸੁਮਿਤ ਨੂੰ ਵੇਚਤਾ, ਸੁਮਿਤ ਨੂੰ ਵੀ ਪਤਾ ਹੈ 50,000 ਦਾ ਫੋਨ ਹੈ, ਵੇਚਿਆ ਮੈਂ ਸੁਮਿਤ ਨੂੰ 5,000 ਦਾ, ਸੁਮਿਤ ਨੇ ਵੀ ਖਰੀਦ ਲਿਆ, ਇਟ ਮੀਨਸ ਸੁਮਿਤ ਵੀ ਭਾਗੀ ਹੈ 109 'ਚ। ਚਲੋ ਮੈਂ ਕਹਿੰਦਾ 50,000 ਦਾ ਤੁਸੀਂ 40 'ਚ ਵੀ ਖਰੀਦ ਲਿਆ, ਤਾਂ ਵੀ ਤੁਸੀਂ ਚੋਰੀ ਦੇ ਫੋਨ 'ਚ ਬਰਾਬਰ ਦੇ ਭਾਗੀਦਾਰ ਹੋ, ਪਰਚਾ ਤੁਹਾਡੇ ਤੇ ਵੀ ਹੋਣਾ, ਬਚਣਾ ਥੋੜੀ ਤੁਸੀਂ। ਸੋ ਕਿੱਦਾਂ ਕਹਿ ਸਕਦੇ ਹਾਂ ਕਿ ਗਲਤ ਕੰਮ ਆਪਾਂ ਪੈਸੇ ਦੇ ਦਈਏ ਤੇ ਸਹੀ ਹੁੰਦਾ। ਜਿਵੇਂ ਆਪਾਂ ਪਿੱਛੇ ਜੇ ਪ੍ਰੋਗਰਾਮ ਕੀਤਾ ਸੀ, ਗਲਤ ਕਾਗਜ਼ ਲਾ ਕੇ ਅਸੀਂ ਬਾਹਰ ਚੱਲ ਕੇ ਹੁਣ ਕਹਿੰਦੇ ਸਾਨੂੰ ਸਰਕਾਰ ਮਦਦ ਕਰੇ। ਸੋ ਇਸੇ ਤਰ੍ਹਾਂ ਇਹ ਲਾਟਰੀ ਵਾਲੀ ਗੇਮ, ਕਮੇਟੀਆਂ ਪਾਉਣ ਵਾਲੀ ਗੇਮ, ਚਿੱਟ ਫੰਡ ਵਾਲੀ ਗੇਮ, ਇਹ ਸਾਰੀਆਂ ਗੈਰ ਕਾਨੂੰਨੀ ਨੇ। ਔਰ ਮੈਂ ਇਹ ਵੀ ਗੱਲ ਦੱਸ ਦਿਆਂ, ਤੁਸੀਂ ਕੱਲ ਨੂੰ ਪੁਲਿਸ ਕੋਲ ਚੱਲ ਜਾਓ ਵੀ ਅਸੀਂ ਇਹ ਲਾਟਰੀ ਪਾਈ ਸੀ, ਸਾਡਾ ਇਨਾਮ ਨਹੀਂ ਨਿਕਲਿਆ, ਪੁਲਿਸ ਨੇ ਉਹਦੇ ਤੇ ਪਰਚਾ ਕਰੇ ਨਾ ਕਰੇ, ਤੁਹਾਡੇ ਤੇ ਜ਼ਰੂਰ ਕਰ ਦੇਣਾ। ਪਰ ਇਹਦੇ ਪੈਸੇ ਤੁਸੀਂ ਪਾਈ ਕਿਉਂ? ਪਰ ਇਹ 'ਚ ਇੱਕ ਹੋਰ ਚੀਜ਼ ਹੈ, ਵੀਡੀਓ ਇੰਨੇ ਫੇਸਬੁੱਕ ਤੇ ਤੁਰੇ ਫਿਰਦੇ ਨੇ, ਇੰਸਟਾਗ੍ਰਾਮ ਤੇ, ਜਾਂ ਕਿ ਇਹ ਸੋਸ਼ਲ ਮੀਡੀਆ ਤੇ ਤੂਫਾਨ ਆਇਆ ਪਿਆ ਹੈ। ਬੜੇ ਇਨਫਲੂਐਂਸਰ ਕਈ ਤਾਂ ਜਾ ਕੇ ਕਹਿ ਰਹੇ ਨੇ, ਕਹਿੰਦੇ ਪਾ ਦਿਓ ਜੀ, ਤੁਹਾਨੂੰ ਥਾਰ ਨਿਕਲੇ, ਤੁਹਾਨੂੰ ਬੁਲਟ ਨਿਕਲਿਆ ਹੋਊਗਾ, ਤੁਹਾਨੂੰ ਟਰੈਕਟਰ ਨਿਕਲਿਆ ਹੋਊਗਾ। ਛੋਟੇ ਨਾਮਾਂ ਦੀ ਤਾਂ ਖੈਰ ਮੈਂ ਪ੍ਰੈਸਾਂ ਪਰੂਸਾਂ ਦੀ ਗੱਲ ਨਹੀਂ ਕਰਦਾ, ਇਹ ਵੱਡੇ ਨਾਮਾਂ ਦੀ ਕਹਿਣ ਦਾ ਮਤਲਬ ਬਹੁਤ ਸਾਰਿਆਂ ਦੀ ਕੱਢੀ ਵੀ ਜਾ ਰਹੇ ਨੇ। ਦੇਖੋ ਜੀ ਫਲਾਣਾ ਥਾਰ ਲੈ ਗਿਆ, ਤੁਹਾਡੀ ਵੀ ਕਿਸਮਤ ਬਣ ਗਈ, ਸਵਿਫਟ ਲੈ ਗਿਆ, 935 ਟਰੈਕਟਰ ਲੈ ਗਿਆ, 3 ਬੁਲਟ ਮੋਟਰਸਾਈਕਲ ਲੈ ਗਿਆ, ਇੰਨੇ ਹੋਂਡਾ ਲੈ ਗਿਆ, ਇੰਨਾ ਫਲਾਣਾ। ਮੈਂ ਵੇਖਿਆ 2-4, ਪਰ ਮੈਂ ਉਹ ਦੇਖ ਕੇ ਹੈਰਾਨ ਆ ਵੀ ਸਾਡੀ ਐਡਮਿਨਿਸਟ੍ਰੇਸ਼ਨ ਕਿੱਥੇ ਸੁੱਤੀ ਪਈ ਹੈ। ਜਿੱਦਣ ਅਰਬਾਂ ਕਰੋੜਾਂ ਦੀ ਠੱਗੀ ਵੱਜੂਗੀ, ਉਸ ਤੋਂ ਬਾਅਦ ਐਡਮਿਨਿਸਟ੍ਰੇਸ਼ਨ ਜਾਗੂਗੀ, ਫਿਰ ਉਸ ਤੋਂ ਬਾਅਦ ਜਿਹੜੇ ਬੰਦੇ ਨੇ ਅਰਬਾਂ ਕਰੋੜਾਂ ਦੀ ਠੱਗੀ ਮਾਰੀ ਹੋਊਗੀ, ਉਹ ਥੋੜ੍ਹੇ ਜਿਹੇ ਪੈਸੇ ਦੇ ਕੇ 2-4 ਬੰਦੇ ਖਰੀਦ ਲੂਗਾ, ਉਹ ਤੇ ਮੁੜ ਕੇ ਪਰਚਾ ਵੀ ਨਹੀਂ ਹੋਣਾ, ਉਹਨੇ ਗਾਇਬ ਹੋ ਜਾਣਾ, ਅਸੀਂ ਲੱਭਦੇ ਰਹਿ ਜਾਣਾ, ਲੋਕਾਂ ਨੇ ਸਬਰ ਕਰਕੇ ਘਰ ਭੇਜਣਾ। ਕਿੰਨੇ ਕੁ ਪੈਸੇ ਤੁਹਾਡੇ ਹਿਸਾਬ ਦੇ ਨਾਲ ਇਹ ਬਣਾ ਜਾਂਦੇ ਹੋਣੇ, ਜਿਹੜੇ ਤੁਹਾਨੂੰ ਥਾਰਾਂ ਕੋਈ ਗਿਫਟ ਦਾ ਫ੍ਰੀ ਤਾਂ ਦੇ ਨਹੀਂ ਰਹੇ? ਦੇਖੋ ਮੈਂ ਤੁਹਾਨੂੰ ਬੜਾ ਸਾਫ਼ ਜਿਹਾ ਅੰਕੜਾ ਦੱਸ ਦਿੰਦਾ ਜੋ ਇਹਨਾਂ ਦਾ ਵਰਕਿੰਗ, ਕਿਉਂਕਿ ਮੇਰੇ ਕੋਲ ਵੀ ਕਲਾਇੰਟ ਆਉਂਦੇ ਨੇ, ਇਹ ਲੋਕ ਆਉਂਦੇ ਨੇ ਸਾਡੇ ਕੋਲ ਵੀ ਅਸੀਂ ਆਹ ਕਰਨਾ, ਐਵੇਂ ਕਰਨਾ, ਕਰ ਲੀਗਲ ਤਰੀਕਾ ਕੀ ਹੈ, ਦੂਜਾ ਕੀ ਹੈ। ਅਸੀਂ ਉਹਨਾਂ ਨੂੰ ਲੀਗਲ ਰਸਤਾ ਵੀ ਦੱਸਦੇ ਹਾਂ, ਪਰ ਅਸੀਂ ਉਹਨਾਂ ਨੂੰ ਵੀ ਪੁੱਛਦੇ ਹਾਂ ਕਿ ਯਾਰ ਤੁਹਾਡੀ ਪ੍ਰੋਬੇਬਿਲਿਟੀ ਕੀ ਹੈ, ਤੁਸੀਂ ਕਿਸ ਪ੍ਰੋਬੇਬਿਲਿਟੀ 'ਤੇ ਕੰਮ ਕਰਦੇ ਹੋ। ਜਿਵੇਂ ਇੰਸ਼ੋਰੈਂਸ ਹੁੰਦੀ ਹੈ ਨਾ, ਉਹਦੇ ਵਿੱਚ ਰਿਸਕ ਫੈਕਟਰ ਕਾਊਂਟ ਕੀਤਾ ਜਾਂਦਾ ਕਿ ਜੇ 2 ਸਾਲ ਦਾ ਬੱਚਾ ਇੰਸ਼ੋਰੈਂਸ ਕਰਾਏਗਾ, ਉਹਦੇ ਮਰਨ ਦੇ ਰੇਸ਼ੋ ਵਰਸਿਸ 80 ਸਾਲ ਦਾ ਬੰਦਾ ਇੰਸ਼ੋਰੈਂਸ ਕਰਾਏਗਾ, ਉਹਦੀ ਮਰਨ ਦੀ ਰੇਸ਼ੋ ਅਗਲੇ ਸਾਲ 'ਚ ਕਿੰਨੀ ਹੈ। ਕੁਦਰਤੀ ਗੱਲ ਹੈ 2 ਸਾਲ ਵਾਲੇ ਦੀ ਨਹੀਂ ਹੈਗੀ, ਜਾਂ 1% ਹੈ, ਪਰ 80 ਸਾਲ ਵਾਲੇ ਦੀ ਤਾਂ 60-70% ਰੇਸ਼ੋ ਹੈਗੀ ਹੈ ਕਿ 80 ਸਾਲ ਵਾਲਾ ਬੰਦਾ ਉਸ ਸਾਲ 'ਚ ਮਰ ਜੇ। ਉਸ ਹਿਸਾਬ ਨਾਲ ਉਹਦਾ ਪ੍ਰੀਮੀਅਮ ਸੈਟਲ ਕੀਤਾ ਜਾਂਦਾ ਹੈ। ਇਸੇ ਤਰ੍ਹਾਂ ਜਿਹੜੇ ਲਾਟਰੀ ਵਾਲੇ ਲੋਕ ਨੇ ਇਹ ਕੀ ਕਰਦੇ ਨੇ, ਪ੍ਰੋਬੇਬਿਲਿਟੀ ਕੱਢਦੇ ਆ। ਪ੍ਰੋਬੇਬਿਲਿਟੀ 'ਚ ਇਹਨਾਂ ਨੇ 50 ਲੱਖ ਰੁਪਏ ਦੇ ਇਨਾਮ ਕੱਢਣੇ ਆ, ਕਿਉਂਕਿ ਵੱਡੇ ਵੱਡੇ ਟਰੈਕਟਰ ਲਿਖਣਗੇ, 4 ਮੋਟਰਸਾਈਕਲ ਬੁਲਟ ਰੱਖਣਗੇ, 10 ਹੋਂਡਾ ਲਿਖਣਗੇ, ਫਿਰ ਪ੍ਰੈਸ਼ਰ ਕੁੱਕਰ ਵੀ ਹੋਏਗਾ ਵਿੱਚ, ਪ੍ਰੈਸਾਂ ਵੀ ਹੋਣਗੀਆਂ ਵਿੱਚ, ਹੋਰ ਬੜਾ ਕੁਝ ਹੋਏਗਾ। ਕਹਿੰਦਾ ਹੋਰ ਨਹੀਂ ਪ੍ਰੈਸ ਹੀ ਨਿਕਲੇ ਹੋਊ, ਵੀ 200 ਰੁਪਏ 'ਚ ਪ੍ਰੈਸ ਹੀ ਨਿਕਲ ਆਊ, ਪਰ ਸਾਰਿਆਂ ਦੀ ਥੋੜ੍ਹੀ ਨਿਕਲਣੀ ਹੈ। ਉਹ ਪਹਿਲੀ ਗੱਲ ਤੇ 50 ਲੱਖ ਰੁਪਏ ਦੇ ਜਾਂ 10 ਲੱਖ ਰੁਪਏ ਦੇ ਜਾਂ 20 ਲੱਖ ਰੁਪਏ ਦੇ ਫਿਕਰ ਬਣ ਜਾਂਦੇ ਨੇ, ਉਹ 20 ਲੱਖ ਰੁਪਏ ਦੇ ਫਿਗਰ ਬਣ ਲੈਂਦੇ ਕਿ ਅਸੀਂ 20 ਲੱਖ ਦੇ ਇਨਾਮ ਵੇਚਣੇ। ਫਿਰ ਉਸ ਤੋਂ ਬਾਅਦ ਉਹਦੇ ਬਦਲੇ ਇਹਨਾਂ ਨੇ 6 ਗੁਣਾ ਪੈਸਾ ਇਕੱਠਾ ਕਰਨਾ ਹੁੰਦਾ ਹੈ। ਅੱਛਾ, ਟਾਰਗੇਟ ਹੁੰਦਾ 1 ਕਰੋੜ 20 ਲੱਖ ਰੁਪਏ ਇਹਨਾਂ ਨੇ ਇਕੱਠਾ ਕਰਨਾ। ਉਹਦੇ ਵਿੱਚੋਂ ਇਹਨਾਂ ਨੇ ਜਿਹੜੀ ਟਿਕਟ ਵੀ ਵੇਚਦੇ ਨੇ ਉਹਦੇ ਤੇ 50%, ਮੰਨ ਲਓ ਟਿਕਟ ਦੇ ਉੱਤੇ 100 ਰੁਪਏ ਕੀਮਤ ਰੱਖੀ, ਮੈਂ ਚਿੱਟ ਫੰਡ ਨਹੀਂ, ਲੋਟਰੀ ਦਾ ਮਾਲਕ ਹਾਂ, ਜਾਂ ਅਸੀਂ 4 ਜਣੇ ਦਾ ਗਰੁੱਪ ਹੈ, ਮੈਂ ਸੁਮਿਤ ਨੂੰ ਕਿਹਾ, ਮੈਂ ਕਿਹਾ ਸੁਮਿਤ ਅੱਲਾ ਫੜ ਭਾਈ, ਤੈਨੂੰ 50% ਤੇ ਮੈਂ ਟਿਕਟਾਂ ਵੇਚਤੀਆਂ, ਆ 100 ਟਿਕਟ ਤੇਰੇ ਪੱਲੇ ਲਾਤੀ, 5000 ਦੀ ਟਿਕਟ ਹੈ, 2500 ਫੜਾ, ਟਿਕਟਾਂ ਤੇਰੀਆਂ ਹੋ ਗਈਆਂ, ਤੂੰ ਵੇਚ ਲੈ ਪੂਰੇ ਪੈਸੇ ਦੀਆਂ, ਚਾਹੇ ਤੂੰ ਆਪਣੀ ਲਾਟਰੀ ਪਵਾ ਲੈ। ਹੁਣ ਉਹ ਲਾਟਰੀ ਪੈ ਗਈ ਇੱਕ ਤਰ੍ਹਾਂ ਦੀ, ਮੈਂ ਆਪਣੀ 100 ਟਿਕਟ ਵੇਚ ਲਈ, ਐਗਜ਼ਾਮਪਲ ਦੇ ਰਿਹਾ। ਸੁਮਿਤ ਨੇ ਅੱਗੋਂ ਜਿਹੜੀ 50% ਤੇ ਖਰੀਦੀ ਸੀ ਉਹ 60 ਜਾਂ 70% ਰੱਖ ਕੇ ਵੇਚਤੀ, ਉਹਨੇ 10-15% ਮਾਰਜਨ ਵੇਖਿਆ, 4 ਟਿਕਟਾਂ ਆਪਣੀਆਂ ਪਾ ਲਈਆਂ, ਬਾਕੀ ਅੱਗੇ ਤੋਰਤੀਆਂ। ਅੱਜ ਤੇ ਉਸ ਤੋਂ ਵੱਡੀ ਠੱਗੀ ਵੱਜਦੀ ਪਈ ਹੈ ਵੀ ਤੁਸੀਂ ਪੇਟੀਐਮ ਤੇ ਪੈਸੇ ਪਾਓ, ਤੁਹਾਡੀ ਪਰਚੀ ਪੈ ਜੂ। ਤੁਸੀਂ ਕਿੱਦਾਂ ਸ਼ੋਰ ਕਰ ਲਿਆ ਕਿ ਤੁਹਾਡੀ ਵਾਕਈ ਪਰਚੀ ਪਊਗੀ? ਤੁਸੀਂ ਪੇਟੀਐਮ ਤੇ ਪੈਸੇ ਪਾਤੇ, ਤੁਹਾਨੂੰ ਉਹਦੇ ਬਦਲੇ ਕੋਈ ਰਸੀਦ ਨਹੀਂ ਮਿਲ ਰਹੀ, ਲੀਗਲੀ ਉਹ ਰਸੀਦ ਦੇ ਵੀ ਨਹੀਂ ਸਕਦੇ, ਨਾ ਉਹ ਮੈਂਬਰਸ਼ਿਪ ਦੀ ਰਸੀਦ ਦੇ ਸਕਦੇ ਆ, ਨਾ ਉਹਦੀ ਰਸੀਦ ਦੇ ਸਕਦੇ ਆ। ਪੰਫਲੇਟ ਜੀ ਤਾਂ ਪਰ ਛਪਾਈ ਰੱਖਦੇ ਆ, ਉਹ ਰੰਗ ਬਰੰਗੇ ਛਪਾਏ ਨੇ, ਵੱਡੀਆਂ ਕਿਤਾਬਾਂ ਛਪੀਆਂ ਹੋਈਆਂ, ਪਰ ਗਵਰਨਮੈਂਟ ਦੀ ਕਿਆ ਉਹਦੇ ਤੇ ਕੋਈ ਮਾਨਤਾ ਲਿਖੀ ਹੈ? ਹਾਂ, ਫਿਰ ਉਹ ਲਾ ਦਿੰਦੇ ISO ਸਰਟੀਫਿਕੇਟ ਲਾ ਦਿੰਦੇ ਨੇ, ਇੱਕ ਲਾ ਦਿੰਦੇ ਨੇ ਅਸੀਂ ਸਮਾਲ ਸਕੇਲ ਇੰਡਸਟਰੀ 'ਚ ਰਜਿਸਟਰਡ ਹੋ ਗਏ। ਇਹ ਕਿਹੜੀ ਸਮਾਲ ਸਕੇਲ ਇੰਡਸਟਰੀ, ਇਹਦੇ 'ਚ ਕੋਈ ਪ੍ਰੋਵੀਜ਼ਨ ਹੀ ਨਹੀਂ। ਹਾਂ, ਇੱਕ ਮੈਂ ਇਹ ਪੁੱਛਣੇ ਲੱਗੇ, ਤੁਸੀਂ ਵਧੀਆ ਜ਼ਿਕਰ ਕਰਤਾ, ਇਹ ਰਜਿਸਟ੍ਰੇਸ਼ਨ ਵੀ ਕਹਿੰਦੇ ਨੇ ਸਾਡੀ ਤਾਂ ਰਜਿਸਟਰਡ ਹੈ ਜੀ, ਰਜਿਸਟਰ ਕਾਹਦੇ 'ਚ ਹੈ ਪਤਾ ਨਹੀਂ, ਰੱਬ ਜਾਣਦਾ। ਭਾਜੀ ਨਾਮ ਮੈਂ ਆਪਣਾ ਰਜਿਸਟਰ ਕਰਾ ਲਿਆ ਆਪਣੀ ਫਰਮ ਦਾ ਕਿਤੇ ਵੀ, ਉਹ ਰਜਿਸਟਰਡ ਫਰਮ ਨਹੀਂ ਹੋਗੀ। ਕੰਮ ਕੀ ਕਰਦੀ ਆ? ਕੰਮ ਕੀ ਕਰਦੀ ਆ, ਉਹਦੇ ਕੰਮ ਨੂੰ ਰਜਿਸਟਰ ਕਰਾਉਣਾ ਜ਼ਰੂਰੀ ਹੈ। ਹੁਣ ਮੈਂ ਜੇ ਕਹਾਂ ਲੋਟਰੀ ਦਾ ਮਤਲਬ ਕੀ ਕਹਿੰਦਾ, ਲੋਟਰੀਜ਼ ਆਰ ਪ੍ਰਾਇਮਰੀਲੀ ਬੇਸਡ ਔਨ ਲੱਕ ਐਂਡ ਚਾਂਸ, 100% ਲੱਕ ਤੇ ਚਾਂਸ ਤੇ ਕੰਮ ਕਰਨਾ ਹੈ। ਪਾਰਟਿਸਪੈਂਟਸ ਬਾਏ ਲੋਟਰੀ ਟਿਕਟ ਔਰ ਮੈਂਬਰਸ਼ਿਪ ਫੀਸ ਔਰ ਐਨੀਥਿੰਗ ਵਿਦ ਦਾ ਹੋਪ ਆਫ ਵਿਨਿੰਗ ਅ ਪ੍ਰਾਈਜ਼। ਸੁਪਨਾ ਹੁੰਦਾ ਕਿ ਮੈਂ ਪ੍ਰਾਈਜ਼ ਜਿੱਤ ਜਾਣਾ, ਮੈਂ ਵੀ ਪਾਊਂਗਾ ਲੋਟਰੀ ਤੇ ਮੈਂ ਵੀ ਥਾਰ ਤੋਂ ਥੱਲੇ ਥੋੜੀ ਸੋਚੂੰਗਾ
ਵੀ ਬਾਈ 16-17 ਲੱਖ ਦੀ ਗੱਡੀ ਮਿਲਣੀ ਹੈ, ਵਿਚ ਇਜ਼ ਆਫਨ ਲਾਰਜ ਸਮ ਆਫ ਮਨੀ ਔਰ ਅਦਰ ਵੈਲਿਊਏਬਲ ਰਿਵਾਰਡਸ, ਜ਼ਿਆਦਾ ਪੈਸੇ ਤੇ ਉਹਦੇ ਰਿਵਾਰਡਸ ਕਰਦੇ ਆ। ਲੋਟਰੀਜ਼ ਆਰ ਜਨਰਲੀ ਕੰਸੀਡਰਡ ਏ ਫਾਰਮ ਆਫ ਗੈਂਬਲਿੰਗ, ਆ ਲਓ ਲਾਅ 'ਚ ਲਿਖਿਆ ਇਹਨਾਂ ਨੂੰ ਗੈਂਬਲਿੰਗ ਔਰ ਐਂਟਰਟੇਨਮੈਂਟ ਰਾਦਰ ਦੈਨ ਏ ਮੀਨਸ ਆਫ ਸੇਵਿੰਗ ਔਰ ਫੰਡ ਰੇਜ਼ਿੰਗ। ਇਹਨੂੰ ਨਹੀਂ, ਇਹਨੂੰ ਗੈਂਬਲਿੰਗ ਮੰਨਿਆ ਜਾਂਦਾ, ਜੂਆ। ਤੇ ਜੂਏ ਦਾ ਲਾਇਸੈਂਸ ਕਿੱਦਾਂ ਮਿਲ ਜਾਏਗਾ ਤੁਹਾਨੂੰ? ਤੁਹਾਨੂੰ ਲਾਟਰੀ ਦਾ ਲਾਇਸੈਂਸ ਕਿਵੇਂ ਮਿਲ ਜਾਏਗਾ? ਹੁਣ ਅੱਗੇ ਆ ਜਾਓ, ਅਗਲਾ ਕਾਨੂੰਨ ਕੀ ਕਹਿੰਦਾ ਹੈ? ਲੋਟਰੀ ਜਿਹੜਾ ਐਕਟ ਹੈ, ਲੋਟਰੀ ਰੈਗੂਲੇਸ਼ਨ ਐਕਟ 1998 1998 ਐਂਡ ਲੋਟਰੀਜ਼ ਰੈਗੂਲੇਸ਼ਨ ਰੂਲਸ 2010, ਉਹਦੇ ਵਿੱਚ ਸਾਰੀਆਂ ਪ੍ਰੋਵੀਜ਼ਨ ਦਿੱਤੀਆਂ ਹੋਈਆਂ ਕਿ ਤੁਸੀਂ ਜੇ ਕੋਈ ਇਹੋ ਜਿਹੀ ਆਰਗੇਨਾਈਜੇਸ਼ਨ ਚਲਾਉਣੀ ਹੈ, ਜੇ ਇਹੋ ਜਿਹਾ ਕੋਈ ਨਾਮ ਰੱਖਣਾ ਹੈ, ਸੈਕਸ਼ਨ 2B 'ਚ ਐਕਟ 'ਚ ਡਿਫਾਈਨ ਕੀਤਾ ਗਿਆ ਹੈ, ਸਕੀਮ ਇਨ ਵਟ ਐਵਰ ਫਾਰਮ ਐਂਡ ਬਾਏ ਵਟ ਐਵਰ ਨੇਮ ਕਾਲਡ ਫॉर ਡਿਸਟ੍ਰੀਬਿਊਸ਼ਨ ਆਫ ਪ੍ਰਾਈਜ਼। ਕਿਸੇ ਤਰ੍ਹਾਂ ਦਾ ਨਾਂ ਤੁਸੀਂ ਕਹੋ ਜੀ ਸੁਸਾਇਟੀ ਹੈ ਜੀ, ਅਸੀਂ ਬੰਦੇ ਇਕੱਠੇ ਕਰ ਲਏ ਜੀ, ਸਾਡੇ ਅਸੀਂ 20 ਬੰਦੇ ਇਕੱਠੇ ਹੋ ਗਏ ਆ ਜੀ, ਆਹ ਕਰ, ਜਿਵੇਂ ਆਪਾਂ ਉਹ ਪਾਉਂਦੇ ਆ, ਕੀ ਕਹਿੰਦੇ ਨੇ ਉਹਨੂੰ, ਕਮੇਟੀਆਂ ਪਾ ਲਓ, ਚਾਹੇ ਲਾਟਰੀ ਦਾ ਕੰਮ ਕਰ ਲਓ, ਕਮੇਟੀ ਵੀ ਤਾਂ ਲਾਟਰੀ ਹੈ ਨਾ, ਕਿ ਅਸੀਂ ਮੈਂ ਵੱਧ ਤੋਂ ਵੱਧ ਘਾਟਾ ਖਾਣ ਨੂੰ ਤਿਆਰ ਹੋ ਗਿਆ ਤੇ ਮੈਂ ਲੈ ਲਈ ਤੇ ਪ੍ਰੋਫਿਟ ਵੱਧ ਆ ਗਿਆ। ਔਰ ਲੋਟ ਔਰ ਚਾਂਸ ਆਫ ਦੋਜ਼ ਪਰਸਨਸ ਪਾਰਟਿਸਿਪੇਟਿੰਗ ਇਨ ਦਾ ਚਾਂਸ ਆਫ ਏ ਪ੍ਰਾਈਜ਼ ਬਾਏ ਪਰਚੇਜ਼ਿੰਗ ਏ ਟਿਕਟ ਔਰ ਏ ਮੈਂਬਰਸ਼ਿਪ। ਸੋ ਕਹਿੰਦਾ ਵੀ ਇਹ ਸੈਕਸ਼ਨ 2 ਵਿੱਚ ਡਿਫਾਈਨ ਹੁੰਦਾ। ਫਿਰ ਸੈਕਸ਼ਨ 6 ਐਕਟ ਵਿੱਚ ਪਾਵਰ ਸੈਂਟਰ ਗਵਰਨਮੈਂਟ ਦੀਆਂ ਨੇ, ਤੁਸੀਂ ਸਟੇਟ ਲੈਵਲ ਤੇ ਕਰਨਾ, ਸੈਂਟਰ ਲੈਵਲ ਤੇ ਕਰਨਾ। ਕਹਿੰਦਾ ਗਵਰਨਮੈਂਟ ਟੂ ਪ੍ਰੋਹਿਬਿਟ ਏ ਲੋਟਰੀ ਆਰਗੇਨਾਈਜ਼ ਕੰਡਕਟਿਡ ਔਰ ਪ੍ਰਮੋਟਿਡ ਇਨ ਕੰਟਰਾਵਰਸ਼ਨ ਟੂ ਦੀ ਪ੍ਰੋਵੀਜ਼ਨ ਆਫ ਦੀ ਸਪੈਸੀਫਾਈਡ ਐਕਟ ਇਨ ਸੈਕਸ਼ਨ 7 ਕੰਸਰਨਿੰਗ ਵਿਦ ਦਾ ਪੈਨਲਟੀ ਪ੍ਰੋਵੀਜ਼ਨਸ। 7 'ਚ ਪੈਨਲਟੀ ਹੈ, ਕਿਉਂਕਿ ਪਿੱਛੇ ਜੇ ਜਦੋਂ ਲਾਅ ਬਣਿਆ ਸੀ 2010 'ਚ, ਉਦੋਂ ਪ੍ਰਾਈਵੇਟ ਏਜੰਸੀਆਂ ਨੂੰ ਲੋਟਰੀ ਤੇ ਬੈਨ ਕਰਤਾ ਗਿਆ ਸੀ। ਅੱਛਾ, ਗਵਰਨਮੈਂਟ ਬੋਡੀ ਲੋਟਰੀ, ਗਵਰਨਮੈਂਟ ਦੀਆਂ ਅੱਜ ਵੀ ਲੋਟਰੀਆਂ ਚੱਲਦੀਆਂ, ਉਹ ਚੱਲਦੀਆਂ, ਉਹ ਗਵਰਨਮੈਂਟ ਬੋਡੀਜ਼ ਹੈ। ਕਾਰਨ ਹੈ ਕਿ ਮੰਨ ਲਓ ਤੁਸੀਂ 2 ਕਰੋੜ ਰੁਪਇਆ ਇਕੱਠਾ ਕਰਨਾ, ਘੱਟੋ ਘੱਟ ਤੁਹਾਡੇ ਕੋਲ 2.5 ਕਰੋੜ 3 ਕਰੋੜ ਰਿਜ਼ਰਵ ਬੈਂਕ ਆਫ ਇੰਡੀਆ ਦੀ ਗਾਈਡਲਾਈਨ ਮੁਤਾਬਕ ਉਹ ਪੈਸਾ ਤੁਸੀਂ ਉਹਦੀ ਸਿਕਿਉਰਿਟੀਜ਼ ਦੇਣੀਆਂ ਹੋਣਗੀਆਂ। ਇਨ ਕੇਸ ਮੈਂ ਲੋਕਾਂ ਕੋਲ 2 ਕਰੋੜ ਇਕੱਠਾ ਕਰਕੇ ਭੱਜ ਲਿਆ, ਜਿਵੇਂ ਉਹ ਕਈ ਕੰਪਨੀਆਂ ਭੱਜੀਆਂ, ਗੋਲਡਨ ਫੋਰੈਸਟ ਹੋ ਗਈ, ਸਟਰਲਿੰਗ ਹੋਲੀਡੇ ਹੋ ਗਈ, ਇੱਦਾਂ ਦੀਆਂ ਕਈ ਕੰਪਨੀਆਂ ਭੱਜੀਆਂ। ਉਹ ਕੰਪਨੀਆਂ ਦੀ ਜੇ ਰਿਜ਼ਰਵ ਪਈ ਹੋਏਗੀ ਸਰਕਾਰ ਕੋਲ ਤੇ ਉਹਨੂੰ ਫੋਰਫੀਟ ਕਰਕੇ, ਉਹਦੀ ਕੁਰਕੀ ਕਰਕੇ ਲੋਕਾਂ ਦਾ ਪੈਸਾ ਮੁੜਦਾ ਹੋ ਜੂ। ਫਿਰ ਇੰਡੀਅਨ ਪੈਨਲ ਕੋਡ ਦੀ ਧਾਰਾ 294A ਪ੍ਰੋਵਾਈਡਸ ਹੂਐਵਰ ਕੀਪ ਐਨੀ ਆਫਿਸ ਔਰ ਪਲੇਸ ਫॉर ਦੀ ਪਰਪਸ ਆਫ ਡਰਾਇੰਗ ਐਨੀ ਲੋਟਰੀ ਨਾਟ ਬੀਇੰਗ ਏ ਸਟੇਟ ਲੋਟਰੀ, ਸਰਕਾਰ ਦੀ ਨਾ ਹੋਵੇ, ਔਰ ਇਹ ਲੋਟਰੀ ਆਥੋਰਾਈਜ਼ਡ ਬਾਈ ਸਟੇਟ ਗਵਰਨਮੈਂਟ ਤੋਂ ਇਲਾਵਾ ਸ਼ੈਲ ਬੀ ਪਨਿਸ਼ਡ ਵਿਦ ਦਾ ਇੰਪ੍ਰਿਜ਼ਨਮੈਂਟ, ਜੇਲ੍ਹ ਵੀ ਹੋਏਗੀ ਤੇ ਉਹਨੂੰ ਫਾਈਨ ਵੀ ਹੋਏਗਾ। ਸੈਕਸ਼ਨ 294A ਇੰਡੀਅਨ ਪੈਨਲ ਕੋਡ ਭਾਰਤ ਦੰਡ ਸੰਹਿਤਾ, ਇਹਦੀ ਸਜ਼ਾ ਵੀ ਹੈ। ਪਰ ਉਰੇ ਤਾਂ ਲੋਕ ਰੈੱਡ ਵਿਦ 420 467 68 ਉਮਰ ਕੈਦ ਤੱਕ ਜਾਂਦੀ ਹੈ ਸਜ਼ਾ। ਪਰ ਗੱਲ ਉਰੇ ਤਾਂ ਲੋਕਾਂ ਨੇ ਨੇਰੀ ਲਿਆ ਰੱਖੀ, ਅਗਲਾ ਕਹਿੰਦਾ ਕਰ ਦੋ 100 WhatsApp, ਕੀ ਫਰਕ ਪੈਂਦਾ, ਕਰ ਦੋ, ਯਾਨੀ ਕਿ ਗੂਗਲ ਪੇ WhatsApp, ਫਿਰ ਆਪਦਾ ਸਕਰੀਨਸ਼ਾਟ ਕਰ ਦੋ। ਉਰੇ 200 500 700, ਕਿਉਂਕਿ ਜਿਹਦੀ ਇੱਕ ਨਦੀ ਵਾਰੀ ਪ੍ਰੈਸ ਵੀ ਨਿਕਲ ਅਗਲਾ ਕਹਿੰਦਾ ਪਾ ਦੋ, ਪ੍ਰੈਸ ਤਾਂ ਆ ਜਾਊਗੀ ਕਮ ਸੇ ਕਮ, ਯਾਨੀ ਕਿ ਉਹਨੇ ਪੈਸੇ ਮੁੜੇ ਹੋਣਗੇ। ਲੋਕ ਤਾਂ ਖੈਰ ਭੋਲੇ ਭਾਲੇ ਨੇ ਵਿਚਾਰੇ, ਪਰ ਇਹ ਲੋਕਾਂ ਨੇ ਵੀਡੀਓ ਬਣਾ ਕੇ ਸ਼ਰੇਆਮ ਤੁਸੀਂ ਦੇਖੋ ਵੀ ਇੱਕ ਦੂਜੇ ਨੂੰ ਹੱਲਾਸ਼ੇਰੀ ਜਿਵੇਂ ਇਹ ਦੇ ਰਹੇ ਨੇ, ਐਡਾ ਮੱਕੜ ਜਾਲ ਫੈਲਿਆ ਪਿਆ ਲੋਕਾਂ ਦੇ ਮਨ ਨੂੰ ਵੀ। ਜਿਵੇਂ ਕਹੀਏ ਕਿ ਇੱਕ ਤਾਂ ਭਰੋਸਾ ਬਿਠਾਉਣਾ, ਲੋਕਾਂ ਦਾ ਜਿਵੇਂ ਭਰੋਸਾ ਬੈਠ ਚੁੱਕਿਆ, ਮਲਨ ਸਾਹਿਬ ਉਹ ਕਿਵੇਂ ਸਮਝਣਗੇ ਕਿ ਆਖਰ ਨਾ ਫਸੋ ਇਹਦੇ 'ਚ, ਤੁਸੀਂ ਕਿਤੇ ਐਵੇਂ ਕੱਲ੍ਹ ਨੂੰ ਕੁੰਡਾ ਕਰਾ ਬੈਠੋ। ਆਪਾਂ ਕਿਉਂ ਫਸਾਈਏ, ਆਪਾਂ ਕਿਉਂ ਦੱਸੀਏ, ਆਪਾਂ ਤਾਂ ਕਾਨੂੰਨ ਦੇ ਰਖਵਾਲੇ ਆ। ਚਿੱਟੇ ਦੀ ਪੁੜੀ 1000 ਦੀ ਆਉਂਦੀ, 2 ਦੀ ਵਿਕਦੀ, ਲੈ ਦਾ ਵੇਚਣੀ ਆਹ। ਤੇ ਫਿਰ ਜੇ ਤੁਸੀਂ ਇਲੀਗਲ ਕੰਮ ਕਰਨਾ ਫਿਰ ਉਹ ਕਰ ਲਓ। ਬੰਦਾ ਬਾਹਰ ਭੇਜੋ, 20 ਲੱਖ ਰੁਪਏ ਮਿਲਦਾ ਡੋਂਕੀ ਬਣਾ ਕੇ। ਵੇਖੋ ਵੀਡੀਓ ਆਉਂਦੀਆਂ, ਅੱਜ ਤੱਕ ਡੋਂਕੀ ਬੰਦ ਹੋਈ। ਦੇਖੋ ਇਹ ਇੰਡੀਵਿਜੂਅਲ ਦਾ ਕੰਮ ਹੈ ਕਿ ਮੈਂ ਗਲਤ ਕੰਮ ਕਰਨਾ ਹੈ ਕਿ ਮੈਂ ਨਹੀਂ ਕਰਨਾ। ਥ੍ਰਿਲ ਹੈ ਗਲਤ ਹੈ, ਇਹ ਹੈ ਗਲਤ ਹੈ, ਇਲੀਗਲ ਹੈ। ਸ਼ਰੇਆਮ ਕਹਿ ਦਿੱਤਾ ਵੀ ਪ੍ਰੋਵੀਜ਼ਨ 'ਚ ਅਲਾਉਡ ਹੀ ਨਹੀਂ ਹੈ ਲਾਟਰੀ ਸਿਸਟਮ, ਗੈਂਬਲਿੰਗ ਸਿਸਟਮ, ਤੁਸੀਂ ਕਿਵੇਂ ਕਰ ਲੋਗੇ। ਫਿਰ ਸੈਕਸ਼ਨ 30 ਆਫ ਇੰਡੀਅਨ ਕੰਟਰੈਕਟ ਐਕਟ 1872 ਸਟੇਟਸ ਐਗਰੀਮੈਂਟ ਜਾਂ ਵੇਜਰਸ, ਇਸ ਤਰ੍ਹਾਂ ਦੇ ਵੇਜਰ ਜਾਂ ਪੈਸਾ ਇਕੱਠਾ ਕਰਨਾ ਇਜ਼ ਵੋਇਡ। ਵੋਇਡ ਦਾ ਮਤਲਬ ਬਿਲਕੁਲ ਸਖਤੀ ਨਾਲ ਮਨਾ ਹੈ। ਇੱਥੇ ਤਾਂ ਨੇਰੀ ਠਾ ਰੱਖੀ ਹੈ, ਵੋਇਡੇਬਲ ਨਹੀਂ ਕਿਹਾ, ਵੋਇਡ ਕਿਹਾ, ਇਲੀਗਲ ਕਿਹਾ ਉਹਨੂੰ। ਸੋ ਨੇਰੀ ਠਾ ਰੱਖੀ ਹੈ। ਵੇਚਣ ਵਾਲੇ ਵੀ ਕਸੂਰਵਾਰ ਨੇ, ਖਰੀਦਣ ਵਾਲੇ ਵੀ ਕਸੂਰਵਾਰ ਨੇ, ਪਾਰਟਿਸਿਪੇਟ ਕਰਨ ਵਾਲੇ ਵੀ ਕਸੂਰਵਾਰ ਨੇ। ਪਰਚਾ ਤੇ ਜੇ ਹੋਏਗਾ, ਜੇ ਸਰਕਾਰ ਜਾਗ ਗਈ ਤੇ ਸਾਰਿਆਂ ਦੇ ਕਰੂ, ਛੱਡਦੀ ਨਹੀਂ। ਇਹਦਾ ਲੀਗਲ ਪ੍ਰੋਵੀਜ਼ਨਸ ਕੱਢੋ। ਲੀਗਲ ਪ੍ਰੋਵੀਜ਼ਨ 'ਚ ਇਹ ਕੰਪਨੀਆਂ ਆਪਣੇ ਆਪ ਨੂੰ ਰਜਿਸਟਰ ਕਰਾਉਣ, ਉਹਦੇ ਤੇ ਮਿਹਨਤ ਕਰਨ ਤੋਂ ਬਾਅਦ ਇਹੋ ਜਿਹੇ ਕੰਮ ਕਰਨ। ਸੋ ਇਹ ਗੈਂਬਲਿੰਗ, ਇਹਨੂੰ ਗੈਂਬਲਿੰਗ ਦਾ ਹੀ ਨਾਮ ਦਿੱਤਾ ਜਾਂਦਾ ਹੈ, ਇੱਕ ਪੋਲਿਸ਼ਡ ਗੈਂਬਲਿੰਗ ਹੈ। ਠੀਕ ਹੈ ਜੀ। ਕਹਿੰਦਾ ਲੋਟਰੀਜ਼ ਆਰ ਰੈਗੂਲੇਟਡ ਬਾਈ ਬੋਥ ਸੈਂਟਰਲ ਐਂਡ ਸਟੇਟ ਗਵਰਨਮੈਂਟ। ਲੋਟਰੀ ਐਕਟ ਤੁਹਾਨੂੰ ਮੈਂ ਦੱਸ ਦਿੱਤਾ, ਇਹਨਾਂ ਦੀ ਗੱਲ ਕਰ ਦਿੱਤੀ। ਸੋ
ਜਿਹੜੀ ਵੀ ਟਿਕਟ ਲੈਣੀ ਹੈ, ਕੋਈ ਪੀਰੀਓਡਿਕ ਕੰਮ ਕਰਨਾ ਹੈ, ਇਹ ਸਾਰੀਆਂ ਚੀਜ਼ਾਂ ਲੀਗਲੀ ਗਲਤ ਨੇ। ਇਹ ਤਾਂ ਐਂ ਵੀ ਨਹੀਂ ਪਤਾ ਵੀ ਇਹ ਪੇਟੀਐਮ ਤੇ ਗੂਗਲ ਪੇ ਨਾਲ ਲੋਟਰੀ ਪੈਪ ਪਤਾ ਨਹੀਂ ਕਿੱਥੋਂ, ਆਪਾਂ ਤਾਂ ਚਲ ਪੰਜਾਬ ਦੀ ਕਰੀ ਜਾਂਦੇ ਆ, ਪਤਾ ਨਹੀਂ ਪੈ ਕਿੱਥੋਂ ਕਿੱਥੋਂ ਜਾ ਰਹੀ ਹੈ। ਭਾਜੀ ਉਹ ਤੇ ਛੱਡ ਦਿਓ, ਹੁਣ ਮੇਰੀ ਗੱਲ ਸੁਣੋ, ਮੈਂ ਲੋਟਰੀ ਦਾ ਮਾਲਕ ਹਾਂ, ਤੁਸੀਂ ਮੈਨੂੰ ਪੈਸੇ ਗੂਗਲ ਪੇ ਕਰਤੇ, ਵੀਰ ਨੇ ਕਰਤੇ, ਹੋਰ 10 ਬੰਦਿਆਂ ਨੇ ਕਰਤੇ, ਤੁਹਾਨੂੰ ਕੀ ਸ਼ਿਓਰਟੀ ਹੈ ਕਿ ਤੁਹਾਡੇ ਨਾਂ ਦੀ ਪਰਚੀ ਵਿੱਚ ਪੈ ਗਈ? ਉਹਦੀ ਕੋਈ ਆਥੈਂਟਿਸਿਟੀ, ਉਹਦੀ ਕੋਈ ਗਰੰਟੀ ਕੀ ਹੈ? ਵੀਡੀਓ ਦਿਖਾਈ ਜਾਂਦੇ ਹੁੰਦੇ ਆ ਵੀ ਵੀਡੀਓ ਦੇਖੋ ਤੁਹਾਡੀ ਪਰਚੀ ਪਾਤੀ, ਅਸੀਂ ਆਹ ਕਰਤੀ ਬੰਦ ਤੇ ਆਹ ਪਾਤੀ ਡੱਬੇ। 10,000 ਬੰਦੇ ਦੀ ਪਰਚੀ ਕਿੱਦਾਂ ਦਿਖਾ ਦੇਣਗੇ ਸਾਰਿਆਂ ਦੀ ਸਾਰੀ? ਕੋਈ ਰਜਿਸਟਰਡ ਸਰਕਾਰੀ ਥੋੜੀ ਲੱਗਾ ਕਿ ਹਾਂਜੀ ਹਰ ਬੰਦੇ ਦੀ ਜਿਹਦੀ ਐਂਟਰੀ ਆਈ ਹੈ ਉਹਨੂੰ ਵੈਰੀਫਾਈ ਕਰਾਇਆ ਗਿਆ। ਫਿਰ ਉਹ ਕਹਿੰਦੇ ਪੂਰੀ 7 ਸੱਦਦੇ ਅਸੀਂ ਕੋਈ ਪਿੰਡ ਦੇ ਵਿੱਚ ਪੂਰਾ ਇਕੱਠ ਕਰ ਲਾਂਗੇ। ਮੈਂ 2-4 ਕਰੋੜ ਦੀ ਠੱਗੀ ਮਾਰਨੀ ਹੈ ਤੇ ਮੈਂ 500 ਰੁਪਏ ਤੇ 60 ਦੇ ਬੰਦੇ ਕਿੰਨੇ ਕੋ ਇਕੱਠੇ ਕਰ ਦਿੰਦਾ? ਕਿਆ ਗਰੰਟੀ ਹੈ ਉਸੇ ਪਿੰਡ ਦੇ ਬੰਦੇ ਨੇ? ਜੇ ਮੈਂ ਕਹਿੰਦਾ ਉਸੇ ਪਿੰਡ ਦੇ ਵੀ ਬੰਦੇ ਆ, ਉਹ ਵੀ ਇਸ ਇਲੀਗਲ ਕੰਮ 'ਚ ਇਨਵੋਲਵ ਹੈ, ਇਹਦਾ ਮਤਲਬ ਸਰ ਤਰੀਕਾ ਕੀ ਹੈ ਕੰਮ ਦਾ? ਜੇ ਮੈਂ ਲੋਟਰੀ ਵਾਲਾ ਕੰਮ ਕਰਨਾ ਹੈ ਤੇ ਸਭ ਤੋਂ ਪਹਿਲਾਂ ਤਾਂ ਮੈਂ ਉਹਦੀ ਰਜਿਸਟ੍ਰੇਸ਼ਨ ਕਰਾਊਂਗਾ। ਰਜਿਸਟ੍ਰੇਸ਼ਨ ਕਰਾਉਣ ਤੋਂ ਬਾਅਦ ਜੋ ਮੈਨੂੰ ਸਿਕਿਉਰਿਟੀਜ਼ ਦੇਣੀਆਂ ਪੈਣੀਆਂ ਮੈਂ ਉਹ ਜਮ੍ਹਾਂ ਕਰਾਊਂਗਾ। ਜਮ੍ਹਾਂ ਕਰਾਉਣ ਤੋਂ ਬਾਅਦ ਸੁਮਿਤ ਨੇ ਮੈਨੂੰ 500 ਰੁਪਇਆ ਭੇਜਿਆ ਤੇ ਮੈਂ 500 ਦੀ ਰਸੀਦ ਕੱਟੂੰਗਾ। ਉੱਤੇ ਪਰਪਸ ਆਫ ਰਸੀਦ ਵੀ ਪੇਮੈਂਟ ਵੀ ਲਿਖੂੰਗਾ ਕਿ ਕਿਸ ਪਰਪਸ ਲਈ ਉਹਨੇ ਮੈਨੂੰ ਪੈਸੇ ਦਿੱਤੇ ਆ। ਫਿਰ ਉਸ ਤੋਂ ਬਾਅਦ ਉਹਦੇ 'ਤੇ ਮੈਂ ਉਹ ਕਾਰਵਾਈ ਪਾ ਸਕਦਾ। ਉਹਦੇ ਵਿੱਚੋਂ ਮੈਂ ਆਪਣੇ ਜਿਹੜੇ ਮੇਰੇ ਬਣਦੇ ਐਡਮਿਨਿਸਟ੍ਰੇਟਿਵ ਚਾਰਜ 20 ਰੁਪਏ 40 ਰੁਪਏ 50 ਰੁਪਏ ਉਹ ਮੇਰੀ ਮਰਜ਼ੀ ਆ, ਉਹ ਮੈਂ ਕੱਟੂੰਗਾ ਤੇ ਮੈਂ ਉਹਨੂੰ ਪੂਰਾ ਪੱਕਾ ਕਰੂੰਗਾ। ਤੁਸੀਂ ਜਿਹੜੀ ਸਟੇਟ ਲਾਟਰੀ ਵੀ ਪੈਂਦੀ ਹੈ, ਉਹ ਜਿਹੜੀ ਵਿਸਾਖੀ ਬੰਪਰ ਇੰਨੇ ਕਰੋੜ ਦਾ ਇੰਨੇ ਕਰੋੜ ਦਾ, ਕਿਆ ਤੁਸੀਂ ਸੋਚਦੇ ਹੋ 1 ਕਰੋੜ ਦੇ ਬਦਲੇ 1 ਕਰੋੜ ਇਕੱਠਾ ਕਰਦੇ ਹੋਣਗੇ? ਉਹ ਟਾਰਗੇਟ ਹੁੰਦਾ ਹੈ, ਪ੍ਰੋਬੇਬਿਲਿਟੀ। ਫਿਰ ਮੈਂ ਉਹ ਗੱਲ ਕਰਦਾ, ਠੀਕ ਹੈ ਜੀ। ਸੋ ਇਹ ਜਿਹੜੀਆਂ ਰੈਗੂਲੇਸ਼ਨਸ ਨੂੰ ਵਾਇਲੇਟ ਕਰੋਗੇ ਜਾਂ ਕਿਸੇ ਤਰ੍ਹਾਂ ਦਾ ਇਹੋ ਜਿਹਾ ਕੰਮ ਕਰੋਗੇ, ਸੋ ਦੇਖੋ ਸੈਕਸ਼ਨ 3 ਦੀ ਗੱਲ ਕਰਦਾ, ਆਰਗੇਨਾਈਜੇਸ਼ਨ ਆਫ ਲੋਟਰੀ ਇਨ ਕੇਸ ਵੇਅਰ ਆਰਗੇਨਾਈਜੇਸ਼ਨ ਸਟੇਟ ਅਪਾਇੰਟਸ ਐਨੀ ਆਥੋਰਾਈਜ਼ਡ ਔਰ ਡਿਸਟ੍ਰੀਬਿਊਟਰ ਸੈਲਿੰਗ ਏਜੰਟ, it shall be responsible for organizing state to ensure that said distributor or selling agent act conformity with the provision of the act। ਜਿਹੜੀਆਂ ਐਕਟ ਵਿੱਚ ਪ੍ਰੋਵੀਜ਼ਨਸ ਹੈਗੀਆਂ ਉਹ ਵੀ ਸਟੇਟ ਉਹਨੂੰ ਨੋਮੀਨੇਟ ਕਰੂਗੀ, ਉਹ ਆਪਣੇ ਆਪ ਨਹੀਂ ਹੋ ਸਕਦਾ। ਸੈਕਸ਼ਨ 22 ਅਲੱਗ ਕਹਿੰਦਾ। ਸੈਕਸ਼ਨ 4 ਕਹਿੰਦਾ ਅਪਾਇੰਟਮੈਂਟ ਆਫ ਡਿਸਟ੍ਰੀਬਿਊਟਰ ਆਫ ਸੈਲਿੰਗ ਏਜੰਟ। ਤੁਸੀਂ ਕਿੱਦਾਂ ਕਰਨੇ ਨੇ? ਜਿਹੜਾ ਰੈਗੂਲੇਸ਼ਨ ਐਕਟ ਹੈ, ਲੋਟਰੀ ਰੈਗੂਲੇਸ਼ਨ ਐਕਟ ਦੀ ਧਾਰਾ 4 ਦੇ ਵਿੱਚ ਅਪਾਇੰਟਮੈਂਟ ਹੈ ਕਿ ਤੁਸੀਂ ਜਿਹੜੇ ਅੱਗੋਂ ਬੰਦੇ ਰੱਖੇ ਜਿਹੜੇ ਤੁਹਾਡੀ ਐਡ ਕਰਨ ਜਾਂ ਕੁਝ ਵੀ ਕਰਨ, ਏਜੰਟ ਹੈ, ਉਹਦੀ ਤੁਹਾਨੂੰ ਰੈਗੂਲੇਸ਼ਨ ਦਿੱਤੀਆਂ ਹੋਈਆਂ। ਇੱਥੇ ਤਾਂ ਸਾਡੇ ਕਈ ਜਿਨ੍ਹਾਂ ਦੇ ਪੇਜ ਜ਼ਿਆਦਾ ਚੱਲਦੇ ਨੇ, ਜਿਨ੍ਹਾਂ ਦੇ ਵਿਊਵਰ ਜ਼ਿਆਦਾ ਨੇਗੇ, ਉਹ ਜਾ ਕੇ ਵਿਚਾਰੇ ਉਹਨਾਂ ਦੀ ਐਡਾ ਕਰੀ ਜਾਂਦੇ ਨੇ। ਖੈਰ ਉਹਨਾਂ ਨੂੰ ਤਾਂ ਪਤਾ ਵੀ ਨਹੀਂ ਹੋਣਾ ਸ਼ਾਇਦ ਵੀ ਆਹ ਕੁਝ ਹੋ ਜਾਊਗਾ। ਦਾ ਆਰਗੇਨਾਈਜ਼ਿੰਗ ਸਟੇਟ ਮੇ ਸਪੈਸੀਫਾਈ ਕੁਆਲੀਫਿਕੇਸ਼ਨ, ਉਸ ਬੰਦੇ ਦੀ ਕੁਆਲੀਫਿਕੇਸ਼ਨ ਜਾਂ ਉਸ ਆਰਗੇਨਾਈਜੇਸ਼ਨ ਦੀ ਕੁਆਲੀਫਿਕੇਸ਼ਨ ਕੀ ਹੋਏਗੀ, ਐਕਸਪੀਰੀਅੰਸ ਐਂਡ ਅਦਰ ਟਰਮਸ ਐਂਡ ਕੰਡੀਸ਼ਨ ਆਫ ਅਪਾਇੰਟਮੈਂਟ ਆਫ ਡਿਸਟ੍ਰੀਬਿਊਟਰ ਔਰ ਸੈਲਿੰਗ ਏਜੰਟ। ਸੈਕਸ਼ਨ 4 ਦੀ 2 ਕਹਿੰਦਾ ਡਿਸਟ੍ਰੀਬਿਊਟਰ ਔਰ ਸੈਲਿੰਗ ਏਜੰਟ ਸ਼ੈਲ ਫਰਨਿਸ਼ ਇਹ ਸਿਕਿਉਰਿਟੀ ਡਿਪੋਜ਼ਿਟ, ਮੈਂ ਜਿਹੜੀ ਪਹਿਲਾਂ ਸ਼ਬਦ ਕਹੀ ਸੀ, ਔਰ ਬੈਂਕ ਗਰੰਟੀ ਐਜ਼ ਮੇ ਬੀ ਸਪੈਸੀਫਾਈਡ ਵਿਦ ਦ ਆਰਗੇਨਾਈਜੇਸ਼ਨ, ਕੁਝ ਨਾ ਕੁਝ ਦੇਗੀ। ਦ ਡਿਸਟ੍ਰੀਬਿਊਟਰ ਔਰ ਸੈਲਿੰਗ ਏਜੰਟ ਸ਼ੈਲ ਮੇਨਟੇਨ ਰਿਕਾਰਡ ਆਫ ਟਿਕਟਸ ਓਬਟੇਨਡ, ਲਈਆਂ ਕਿੰਨੀਆਂ ਮਾਲਕ ਕੋਲੋਂ, ਫਰੋਮ ਦੀ ਆਰਗੇਨਾਈਜ਼ਰ ਸਟੇਟ, ਟਿਕਟਸ ਸੋਲਡ, those which remain unsold up to date and time to draw along with other details as may be specified with the organization। ਇਹ ਤਾਂ ਫਿਰ ਕਹਿਣ ਦਾ ਮਤਲਬ ਲੰਬਾ ਚੌੜਾ ਕੰਮ ਛੱਡਣ ਵਾਲਾ ਕੰਮ ਹੋਇਆ ਪਿਆ, ਪਰ ਉਹ ਨਾ ਤਾਂ ਮੈਨੂੰ ਲੱਗਦਾ ਉਹ ਦੇਖਦੇ ਨੇ। ਹਾਲੇ ਤਾਂ ਮੈਂ 2 ਧਾਰਾ ਪੜ੍ਹ ਕੇ ਸੁਣਾਈਆਂ, ਤੁਸੀਂ ਹੁਣੇ ਥੱਕ ਗਏ, ਹਾਲੇ ਤਾਂ ਮੈਂ ਕਿਤਾਬ ਨਹੀਂ ਪੜ੍ਹ ਕੇ ਸੁਣਾਈ ਤੁਹਾਨੂੰ। ਨਹੀਂ ਫਿਰ ਉਹਨਾਂ ਨੇ ਤਾਂ ਜਿਹੜੇ ਹਿਸਾਬ ਨਾਲ ਮੈਨੂੰ ਤਾਂ ਵਾਰੀ ਐਂ ਲੱਗਦਾ ਵੀ ਜਿਵੇਂ ਹੁਣ ਵਕੀਲ ਸਾਹਿਬ ਦੱਸ ਰਹੇ ਨੇ ਤਾਂ ਇਹ ਸਾਰਿਆਂ ਨੂੰ ਸੁਣਨ ਨੂੰ ਹੈ। ਖੈਰ ਇਹ ਇੱਕ ਤਾਂ ਇਹ ਆ ਵੀ ਤੁਹਾਨੂੰ ਖੁਦ ਨੂੰ ਵੀ ਇਨਫੋਰਮੇਸ਼ਨ ਹੋ ਜੂ, ਕਿਉਂਕਿ ਜੋ ਤੱਕ ਐਸੀ ਵੀ ਵਕੀਲ ਸਾਹਿਬ ਦੇਖਦੇ ਸੀਗੇ ਵੀ ਵੀਡੀਓ ਚੱਲ ਰਿਹਾ ਬੜਾ ਸੋਹਣਾ ਲੱਗਦਾ, ਥਾਰ ਨਿਕਲ ਗਈ ਹੋਏ, ਮਰੂਤੀ ਨਿਕਲ ਗਈ ਹੋਏ, ਇਹ ਨਿਕਲਿਆ ਭਾਰੀ ਟਿਕਟਾਂ ਫਿਰ ਨਹੀਂ ਹੋਇਆ, ਸਾਡਾ ਬੰਦਾ ਨਹੀਂ ਹਟ ਰਿਹਾ ਸੀਗਾ। ਇਹਨੂੰ ਮੈਂ ਸਮਝਾਇਆ, ਮੈਂ ਕਿਹਾ ਪਹਿਲਾਂ ਆਪਾਂ ਪੁੱਛ ਲਈਏ। ਉਹ ਕਹਿੰਦਾ 100 ਪਾ ਦੇਣੇ ਭਾਜੀ, ਕੀ ਫਰਕ ਪੈਂਦਾ, 200 ਪਾ ਦੇਣੇ ਕੀ ਫਰਕ ਪੈਂਦਾ, ਕਿ ਤੱਕ ਥਾਰ ਹੀ ਨਿਕਲਿਆ ਹੋਵੇ। ਜਿਹੜੇ ਇਹ ਆਰਗੇਨਾਈਜ਼ਰਸ ਨੇ ਇਹ ਲੋਕ ਬੜੇ ਤੇਜ਼ ਦਿਮਾਗ ਦੇ ਲੋਕ ਹੁੰਦੇ ਨੇ। ਉਹ ਸ਼ੈਂਪੂ ਦਾ ਪੈਕਟ ਨਾ ਡੱਬਾ ਕਿਸੇ ਜ਼ਮਾਨੇ 200 ਰੁਪਏ ਦਾ ਵਿਕਦਾ ਹੁੰਦਾ ਸੀ ਤੇ ਸੇਲ ਨਹੀਂ ਸੀਗੀ ਕੰਪਨੀ ਦੀ। ਸੁਮਿਤ ਵਰਗਾ ਵੀਰ ਗਿਆ ਦਿਮਾਗ ਵਾਲਾ, ਉਹਨੇ ਜਾ ਕੇ ਕਿਹਾ ਵੀ 2 ਰੁਪਏ ਦਾ ਜਾਂ ਰੁਪਈਏ ਦਾ ਪੈਕਟ ਕਰ ਦਿਓ। ਉਹਨਾਂ ਦੀ ਸੇਲ, ਇਹ ਕੇਸ ਸਟੱਡੀਜ਼ ਪੜ੍ਹੀਆਂ ਸੀ, ਉਹਨਾਂ ਦੀ ਸੇਲ ਇੰਨੀ ਜ਼ਿਆਦਾ ਹੋ ਗਈ ਕਿ ਉਹਨਾਂ ਨੂੰ ਪਲਾਂਟ ਵਧਾਉਣੇ ਪੈ ਗਏ। ਬਾਇੰਗ ਪਾਵਰ, ਮੈਂ ਕਹਿੰਦਾ ਬਾਇੰਗ ਪਾਵਰ ਅੱਜ ਦੀ ਤਰੀਕ 'ਚ ਮੈਂ ਤੁਹਾਨੂੰ ਹੁਣੇ ਵੀ ਕਹਣਾ ਸੁਮਿਤ ਯਾਰ 100 ਰੁਪਏ ਦੇਈ ਤੇ ਤੁਸੀਂ ਮੈਨੂੰ ਵੀ ਨਹੀਂ ਮਨਾ ਕਰਨਾ, ਚਾਹੇ ਮੈਂ ਤੁਹਾਨੂੰ ਜਾਣਦਾ ਜਾਂ ਨਹੀਂ ਜਾਣਦਾ। ਉਹਨੇ ਕਹਿਣਾ ਚੱਲ 100 ਹੀ ਮੰਗਿਆ ਨਾ ਦੇ ਦੇ ਯਾਰ। ਪੁਰਾਣੇ ਜ਼ਮਾਨੇ ਡੈਡੀ 10 ਰੁਪਏ ਦਿੰਦੇ ਸੀ, ਅੱਜ ਦੇ ਜ਼ਮਾਨੇ 100 ਰੁਪਈਆ, ਤੇ ਸ਼ਾਇਦ ਤੁਸੀਂ ਜ਼ਿੰਦਗੀ ਭਰ ਮੇਰੇ ਕੋਲ ਵਾਪਸ ਨਹੀਂ ਮੰਗਣਾ 100 ਰੁਪਏ। ਵੀ ਯਾਰ ਐਡਾ ਵੱਡਾ ਵਕੀਲ ਹੈ, 100 ਰੁਪਏ ਮੰਗਿਆ ਸੀ, ਉਹਦੇ ਕੋਲ ਵਾਪਸ ਮੰਗੂ, ਜਾਂ ਮੈਂ ਅਣਜਾਣ ਆਦਮੀ ਵੀ ਹਾਂ ਤਾਂ 100 ਵਾਪਸ ਨਹੀਂ ਮੰਗਣਾ। ਇਹ ਲੋਕ ਵੀ ਇਹੋ ਕੁਛ ਕਰਦੇ ਨੇ। ਵੇਖੋ ਪਹਿਲੀ ਟਿਕਟ ਦੀ ਕੀਮਤ 250 ਰੁਪਈਆ, ਪਹਿਲੀ ਟਿਕਟ ਦੀ ਕੀਮਤ 300 ਰੁਪਈਆ, ਦੂਜੀ ਦੀ ਕੀਮਤ ਕਰ ਦਿੰਦੇ 500 'ਚ 2, 100 ਦਾ ਲਾਲਚ ਦੇ ਦਿੰਦੇ ਆ। ਤੀਜੀ ਕਰ ਦਿੰਦੇ ਆ 1000 'ਚ 4 ਨਹੀਂ 1000 'ਚ 5 ਕਰ ਦਿੰਦੇ ਆ।
ਕਿ ਤੁਹਾਨੂੰ 200 ਦੀ ਪੈ ਗਈ, ਤੇ 2000 ਚ 5 ਦੀ ਜਗ੍ਹਾ 10 ਦੀ ਬਜਾਏ 12 ਕਰ ਦਿੰਦੇ ਆ। ਮਤਲਬ ਤੁਹਾਨੂੰ ਉਹ ਟਿਕਟ 150 ਰੁਪਏ ਚ ਅੰਦਾਜ਼ਾ ਵੇਚ ਦਿੰਦੇ ਆ। ਹੁਣ ਮੇਰੇ ਵਰਗੇ ਨੂੰ ਲਾਲਚ ਆ ਜਾਂਦਾ ਕਿ ਚੱਲ ਯਾਰ ਔਖਾ ਸੌਖਾ ਡੈਡੀ ਤੋਂ ਚੋਰੀ 2000 ਪਾ ਹੀ ਲਈਏ। ਉਹਨਾਂ ਨੇ ਆਪਣੀ ਕੀਮਤ ਵਧਾ ਲਈ, ਉਹਦੇ 'ਚ ਨੰਬਰ ਆਫ ਪ੍ਰੋਬੇਬਿਲਿਟੀ ਵੀ ਵੱਧ ਗਈ ਤੁਹਾਡੀ, ਬਟ ਅਲਟੀਮੇਟਲੀ ਹੋਇਆ ਕੀ, ਤੁਹਾਡਾ ਨਾਂ ਪਿਆ ਕਿ ਨਹੀਂ ਪਿਆ ਉਹ ਵੀ ਨਹੀਂ ਪਤਾ। ਸੋ ਬੜੀ ਔਖੀ ਜਿਹੀ ਗੱਲ ਹੈ। ਕਹਿੰਦਾ ਆਰਗੇਨਾਈਜ਼ਿੰਗ ਸਟੇਟ ਕੈਨ ਅਪੁਆਇੰਟ ਆਥੋਰਾਈਜ਼ਡ ਡਿਸਟ੍ਰੀਬਿਊਟਰਸ ਔਰ ਸੈਲਿੰਗ ਏਜੰਟਸ ਸੈਕਸ਼ਨ 3 ਆਫ 15 ਆਫ ਲੋਟਰੀ ਰੈਗੂਲੇਸ਼ਨ ਰੂਲਸ 2010 ਐਂਡ ਇਹਦੇ 'ਚ ਇੰਨੇ ਕੁ ਸਾਰੇ ਰੂਲਸ ਨੇ। ਬਸ ਇਹ ਕਹਿੰਦਾ ਦੱਸਦਾ ਨਾ ਕਿ ਹੈ ਟੈਕਨੀਕਲੀ ਜਦ ਤੱਕ ਤੁਸੀਂ ਆਥੋਰਾਈਜ਼ ਨਹੀਂ ਹੋ, ਤੁਸੀਂ ਆਪਣੇ ਆਪ ਨੂੰ ਅਪਰੂਵ ਨਹੀਂ ਕਰਾਇਆ, ਤੁਸੀਂ ਆਪਣੇ ਆਪ ਨਾਲ ਕੋਈ ਰੈਗੂਲੇਸ਼ਨ ਲੋਟਰੀ ਰੈਗੂਲੇਸ਼ਨ 'ਚ ਜਾਂ ਗੈਂਬਲਿੰਗ ਰੈਗੂਲੇਸ਼ਨ ਉਹਦੇ 'ਚ ਐਕਟ ਵਿੱਚ ਜਾਂ ਜਿਹੜੇ ਵੀ ਐਕਟ ਐਪਲੀਕੇਬਲ ਨੇ ਨਹੀਂ ਕਰਾਇਆ, ਤੁਸੀਂ IPC ਦੀ ਧਾਰਾ ਦੇ ਭਾਗੀਦਾਰ ਹੋ, ਤੁਹਾਡੇ 'ਤੇ ਪਰਚਾ ਹੋ ਸਕਦਾ ਹੈ। ਔਰ ਇਹ ਪਰਚਾ ਨਾਲ ਠੱਗੀ ਮਾਰਨ ਦਾ ਵੀ 420 ਕੀਤੀ। ਯਾਨੀ ਕਿ ਜਿਹੜੇ ਭੇਜਦੇ ਨੇ ਕੱਲ ਨੂੰ ਜੇ ਪੁਲਿਸ ਨੇ ਰਿਕਾਰਡ ਫਰਲਣ ਲੱਗ ਗਈ ਤਾਂ ਉਹ ਦੇਖ ਲਓ ਵੀ ਕਿਹਨੇ ਭੇਜਿਆਗਾ, ਉਹ ਵੀ ਉਹ ਵਿਚਾਰੇ ਵੈਸੇ ਹੀ ਮਾਂਜੇ ਜਾਣ। ਵਿਚਾਰੇ ਕਾਹਦੇ ਜੀ? ਨਹੀਂ ਚਲੋ ਬੁੱਟ ਲੈਣਾ ਹੋਊਗਾ। ਤੁਹਾਨੂੰ ਲਾਅ ਪਰਮਿਸ਼ਨ ਹੀ ਨਹੀਂ ਦਿੰਦਾ ਪਿਆ ਗਲਤ ਕੰਮ ਕਰਨ ਦੀ, ਤੇ ਤੁਸੀਂ ਜੇ ਬਾਈ ਡਿਫਾਲਟ ਗਲਤ ਕੰਮ ਕਰ ਰਹੇ ਹੋ ਤੇ ਤੁਸੀਂ ਵਿਚਾਰੇ ਨਹੀਂ ਹੋ, ਤੁਸੀਂ ਗੈਰ। ਯਾਰ ਮੈਂ ਮਰਡਰ ਕਰਨ ਗਿਆ, ਮੈਂ ਸੁਮਿਤ ਨੂੰ ਪਤਾ ਵੀ ਸੁਨੀਲ ਅੰਦਰ ਮਰਡਰ ਕਰਨ ਗਿਆ, ਤੇ ਸੁਮਿਤ ਬਾਈ ਮੇਰਾ ਮੋਟਰਸਾਈਕਲ ਸਟਾਰਟ ਕਰਕੇ ਖਲੋਤਾ ਵੀ ਚੱਲ ਮਰਡਰ ਕਰਕੇ ਆਲੇ ਮੈਂ ਨਾਲ ਲੈ ਜਾ, ਤੇ ਸੁਮਿਤ ਨੂੰ ਬਰੀ ਕਰ ਦਾਂਗੇ। ਸ਼ਾਇਦ ਸੁਮਿਤ ਮੋਟਰਸਾਈਕਲ ਖੜਦਾ ਹੀ ਨਾ, ਸਟਾਰਟ ਕਰਕੇ ਬਹਿੰਦਾ ਹੀ ਨਾ ਬਾਹਰ, ਤੇ ਮੈਂ ਡਰਦਾ ਮਰਡਰ ਹੀ ਨਾ ਕਰਕੇ ਆਉਂਦਾ। ਇਹਦੇ ਤੇ ਸੁਪਰੀਮ ਕੋਰਟ ਦੀਆਂ ਗਾਈਡਲਾਈਨਸ ਨੇ, ਪ੍ਰਮੋਟਰ ਨੂੰ ਛੇਤੀ ਫੜਦੀ ਹੈ ਪੁਲਿਸ ਕਿ ਜੇ ਪ੍ਰਮੋਟਰ ਇਹਨਾਂ ਚੀਜ਼ਾਂ ਨੂੰ ਪ੍ਰਮੋਟ ਹੀ ਨਾ ਕਰਨ। ਦੇਖੋ ਡਿਮਾਂਡ ਔਰ ਸਪਲਾਈ ਹੈ। ਮੈਂ ਚਲਾਕ ਹਾਂ, ਮੈਂ ਇੱਕ ਐਸੀ ਆਫਰ ਕੱਢ ਦਿੱਤੀ ਜਿਹੜੀ ਲੋਕਾਂ ਨੂੰ ਲਿਓਰ ਕਰ ਰਹੀ ਹੈ ਕਿ 100 ਰੁਪਏ ਥਾਰ, ਕੁੱਤਕਧਾਰੀਆਂ ਨਿਕਲਣ ਦੀਆਂ, ਰਾਤ ਨੀਂਦ ਨਹੀਂ ਆਉਂਦੀ। ਠੀਕ ਹੈ, ਉਹ ਸੱਚਾਈ ਹੈ ਵੀ ਥਾਰ, ਅੱਛਾ ਚੱਲ ਥਾਰ ਨਹੀਂ ਰੱਬਾ ਬੁਲਟ ਕੱਢਦੀ ਹੈ ਨਾ, ਬੁਲਟ ਨਹੀਂ ਚੱਲ ਸਪਲੈਂਡਰ ਕੱਢਦੀ, ਸਪਲੈਂਡਰ ਨਹੀਂ ਤੇ ਸਾਲਾ ਕੋਈ ਕੱਢਦੀ, ਕੁਛ ਵੀ ਕੱਢਦੀ, ਪ੍ਰੈਸ ਤੇ ਆ ਜਾਂਦੀ ਹੈ, ਪ੍ਰੈਸ ਤੇ ਵੀ ਆ ਜਾਂਦੀ ਵੀ ਚੱਲ 100 ਰੁਪਏ 'ਚ ਪ੍ਰੈਸ ਤੇ ਮਿਲ ਹੀ ਜਾਣੀ ਹੈ, ਮਾਰ ਲਓ ਟਰਾਈ। ਬਟ ਹੈ ਤੇ ਇਲੀਗਲ। ਜਿਹੜੀ ਆਰਗੇਨਾਈਜੇਸ਼ਨ ਕਰ ਰਹੀ ਹੈ ਉਹ ਟੈਕਨੀਕਲੀ ਕਿਤੋਂ ਅਪਰੂਵਡ ਨਹੀਂ ਹੈ, ਕਿਤੋਂ ਉਹਨੇ ਆਪਣੀਆਂ ਸ਼ਰਤਾਂ ਐਜ਼ ਪਰ ਲੋਟਰੀ ਰੈਗੂਲੇਸ਼ਨ ਐਕਟ ਜਾਂ ਰੂਲਸ ਉਹ ਕੰਪਲੀਟ ਨਹੀਂ ਕੀਤੀਆਂ, ਕਿਸੇ ਥਾਂ ਤੇ ਆਪਣੇ ਆਪ ਨੂੰ ਰਜਿਸਟਰ ਨਹੀਂ ਕਰਾਇਆ। ਕਮਾ ਕਰੋੜਾ ਰਹੇ ਜਿਵੇਂ MLM ਕੰਪਨੀਆਂ, ਉਹ ਵੀ ਤਾਂ ਇੱਕ ਤਰ੍ਹਾਂ ਦਾ ਇਲੀਗਲ ਕੰਮ ਹੈ, ਤੁਸੀਂ ਟੈਕਨੀਕਲੀ ਤਾਂ ਕਰ ਨਹੀਂ ਸਕਦੇ ਹੋ। ਹਾਂ, ਕਮਾ ਕਰੋੜਾ ਰਹੀਆਂ, ਲੋਕਾਂ ਦਾ ਫੇਥ ਵਿਨ ਕਰ ਲੈਂਦੀਆਂ ਕਿ ਠੀਕ ਹੈ ਯਾਰ ਇਹਨਾਂ ਨੇ ਤੇ ਆ ਕੇ ਸੱਥ 'ਚ ਬਹਿ ਕੇ ਲਾਟਰੀ ਕੱਢਤੀ। ਲਾਟਰੀ ਕਢਾਈ ਕਿਹਦੇ ਕੋਲੋਂ, ਨਿਕਲੀ ਕਿਹਦੀ, ਕਿੰਨਾ ਕੁ ਸੱਚ ਹੈ ਕਿੰਨਾ ਕੁ ਝੂਠ ਹੈ, ਉਸ ਸਿਸਟਮ ਦਾ ਕੋਈ ਲੀਗਲ ਆਈ ਹੈ ਨਹੀਂ, ਲੀਗਲ ਆਡਿਟ ਹੈ ਨਹੀਂ। ਕਿਹਦੇ ਹੱਥ 'ਚ ਸਾਰੀ ਗੇਮ? ਉਹ ਜਿਹੜੇ 5-7-10 ਬੰਦੇ ਆ। ਕਿਸੇ ਵੇਲੇ ਫੇਥ ਵਿਨ ਕਰਨ ਲਈ ਉਹ ਅੱਜ ਕੱਲ੍ਹ ਮੈਂ ਕਈ ਬਾਬੇ ਦੇਖੇ ਨੇ, ਉਹ ਕਹਿੰਦੇ ਲੈ ਵੀ ਆਪਣਾ ਮੰਤਰ ਬੋਲਦੇ ਨੇ, ਮੈਂ ਕਿਸੇ ਧਰਮ ਦੇ ਖਿਲਾਫ ਨਹੀਂ ਆ, ਮੰਤਰ ਬੋਲਦੇ ਵੇਖੋ ਜੀ ਸਟੇਚਰ ਤੇ ਬੀਬੀ ਆਈ ਸੀ ਉੱਠ ਕੇ ਤੁਰਨ ਲੱਗ ਪਈ। ਯਾਰ ਐਡੇ ਮੰਤਰ ਪੜ੍ਹ ਕੇ ਕਹਿੰਦੇ ਸੀ ਉਹਨਾਂ ਨੂੰ ਹਸਪਤਾਲਾਂ 'ਚ ਸੱਦੋ ਨਾ, ਆ PGI ਜੀ ਸੱਦੋ, ਸਾਡਾ ਰਾਸ਼ੀ ਘਟੇ। ਸਹੀ ਗੱਲ ਹੈ। ਜੇ ਉਹ ਸੱਚੀ ਮੁੱਚੀ ਉਹਨਾਂ ਦੇ ਮੰਤਰਾਂ 'ਚ ਇੰਨੀ ਤਾਕਤ ਹੈ, ਆਈ ਹੈਵ ਡਿਊ ਰਿਸਪੈਕਟ ਫॉर ਐਵਰੀ ਰਿਲੀਜਨ, ਪਰ ਉਹਨਾਂ ਨੂੰ ਕਹੋ ਵੀ PGI ਆਓ, ਉੱਥੇ ਆ ਕੇ ਜਿਹੜਾ ਵੀ ਮੰਤਰ ਬੋਲਣਾ ਬੋਲੋ, ਸਾਡੇ ਦੁੱਖ ਟੁੱਟ ਜਾਣ, ਨਾਲੇ ਅੱਧੇ ਵਿਚੱਧੇ ਮਰੀਜ਼ ਵਿਚਾਰੇ ਘਰ ਨੂੰ ਜਾਣ ਠੀਕ ਹੋ ਕੇ। ਇੱਦਾਂ ਪੋਸੀਬਲ ਨਹੀਂ ਹੈ। ਇਹ ਲੋਕਾਂ ਨੂੰ ਝੂਠ ਵਿਖਾ ਕੇ ਗਲਤ ਗੱਲ ਕਰਕੇ ਜੇ ਲਿਓਰ ਕਰਦੇ ਹੋ ਔਰ ਤੁਸੀਂ ਉਹ ਤੋਂ ਜੋ ਪੈਸਾ ਇਨਵੋਲਵ ਵੀ ਕਰਦੇ ਹੋ, ਤੇ ਇਲੀਗਲ ਹੈ, ਗੈਰ ਕਾਨੂੰਨੀ ਹੈ। ਇਹਦੇ ਲਈ ਲਾਟਰੀ ਪਾਉਣ ਵਾਲੇ ਨੂੰ, ਲਾਟਰੀ ਲਈ ਪ੍ਰਮੋਟ ਕਰਨ ਵਾਲੇ ਨੂੰ ਤੇ ਲਾਟਰੀ ਪਾਉਣ ਵਾਲੇ ਨੂੰ ਸਜ਼ਾ ਹੋ ਸਕਦੀ ਹੈ, ਕਨਫਰਮ। ਖੈਰ ਇਹ ਤੁਸੀਂ ਸੁਣੀ ਸਾਰੀ ਚੀਜ਼, ਇਹ ਇਸੇ ਕਰਕੇ ਸਮਝਣ ਦੀ ਕੋਸ਼ਿਸ਼ ਕਰੀ ਵੀ ਜਿਹੜੀਆਂ ਥਾਰਾਂ, ਬੁਲਟ, ਹੋ ਸਕਦਾ ਹੋਰ ਕੋਈ ਚੀਜ਼ਾਂ ਹੋਣ, ਮੈਂ ਤਾਂ ਐਗਜ਼ਾਮਪਲ ਦੇ ਰਿਹਾ ਵੀ ਮਹਿੰਗੀ ਚੀਜ਼ ਤੇ ਜਾਂਦਾ ਹੈ, ਆਈਫੋਨ ਹੁਣ ਇਹ ਸਾਰੀਆਂ ਚੀਜ਼ਾਂ ਨੂੰ ਦੇਖ ਕੇ ਸਾਨੂੰ ਕਦੇ ਵੀ ਇਸ ਚੀਜ਼ ਲਾਲਚ 'ਚ ਨਹੀਂ ਆਉਣਾ ਚਾਹੀਦਾ। ਇਹ ਲੋਕਾਂ ਨੇ ਤੁਹਾਡੇ ਤੋਂ ਪੈਸਾ ਕਮਾਉਣਾ, ਹੋਰ ਕੁਝ ਨਹੀਂ ਹੈਗਾ। ਤੇ ਦੂਜੇ ਪਾਸੇ ਗੱਲ ਇਹ ਕਿ ਜਿਨ੍ਹਾਂ ਦਾ ਕੱਢਤਾ, ਜਿਹਦਾ ਨਿਕਲਿਆ, ਜਿਹਨੇ ਕੱਢਿਆ, ਤੇ ਜਿਹੜੇ ਲੋਕ ਉੱਥੇ ਦੇਖ ਰਹੇ ਨੇ, ਅੱਧੇ ਲੋਕ ਤਾਂ ਮਾਹੌਲ ਜਿਹਾ ਦੇਖਣ ਆ ਜਾਂਦੇ ਨੇ। ਖੈਰ ਸਾਰਿਆਂ ਨੂੰ ਪਤਾ ਵੀ ਨਹੀਂ ਹੁੰਦਾ ਕੀ ਹੋਈ ਜਾਂਦਾ, ਪਰ ਗੱਲ ਇਹ ਵੀ ਇਹਦੇ ਭਾਗੀਦਾਰ ਨਾ ਬਣੋ। ਇਹ ਜਿੰਨਾ ਸੋਸ਼ਲ ਮੀਡੀਆ ਤੇ ਮੱਕੜ ਜਾਲ ਫੈਲਿਆ, ਇਹ ਪਲੈਂਟਡ ਹੈ, ਪੂਰਾ ਪਲਾਂਟ ਕੀਤਾ ਹੋਇਆ। ਇਹ ਐ ਨਾ ਸਮਝੋ ਵੀ ਇਹ ਲੋਕ ਇੱਕ ਤੋਂ ਸ਼ੇਅਰ ਕਰ ਰਹੇ ਨੇਗੇ, ਇਹ ਪਲੈਂਟਡ ਹੈ, ਪੈਸੇ ਇਹਨਾਂ ਤੇ ਵੀ ਲੱਗੇ ਹੋਏ ਨੇ। ਇਸ ਕਰਕੇ ਜਿੰਨਾ ਬਚਿਆ ਜਾਂਦਾ ਦੂਰ ਰਹੋ। ਉਲਟਾ ਇਹਨਾਂ ਨੂੰ ਕਦੇ ਕੱਲ੍ਹ ਨੂੰ ਜਦੋਂ ਵਿਕਣਗੀਆਂ 100 ਟਿਕਟਾਂ, ਤੇ ਫਿਰ ਜਦੋਂ ਥਾਰ ਨਿਕਲੂ ਫਿਰ ਆਖਰਕਾਰ ਪਤਾ ਲੱਗੂਗਾ ਵੀ ਇਹ ਤੁਹਾਡੇ ਖੜਦੇ ਨੇ ਕਿ ਨਹੀਂ, ਕਿੰਨਾ ਕੁ ਸਮਾਂ ਖੜਦੇ ਨੇਗੇ। ਇਸ ਕਰਕੇ ਮਾੜੇ ਕੰਮ ਦੇ ਨਾ ਭਾਗੀਦਾਰ ਬਣੋ, ਤੇ ਨਾ ਮਾੜਾ ਕੰਮ ਜੇ ਹੁੰਦਾ ਪਹਿਲੀ ਗੱਲ ਤਾਂ ਕਰੋ ਹੀ ਨਾ।
ਪਰ ਜਿਹੜੇ ਕਰ ਰਹੇ ਨੇ ਫਿਰ ਉਹਨਾਂ ਦੇ ਭਾਗੀਦਾਰ ਬਣਨ ਤੋਂ ਵੀ ਬਚੋ। ਵੀਡੀਓ ਜਰਨਲਿਸਟ ਅਮਨ ਦੇ ਨਾਲ ਸਮਿਤ ਸਿੰਘ ਰੋਜ਼ਾਨਾ ਸਪੋਕਸਮੈਨ ਟੀਵੀ ਚੰਡੀਗੜ੍ਹ।